श्री पर की पार करी को प्रेरण कर जलवाए रावण जाके बीच चले आए और गाए श्री पर की पार करी को प्रेरण कर जलवाए। वाहिगुरु जी का खालसा वाहिगुरु जी की फतेह। पतित पावन भगत वत्सल कृपा निधान प्रगट गुरां की देह प्रतख हर। धन धन सतगुरु श्री गुरु ग्रंथ ਸਾਹਿਬ महाराज जी ਦੀ परम पवित्र सत संगत हजूरी दे अंदर धर्म रखियक शांत स्वरूप बंदगी दे पुंज शस्त्र धारी जोधे नावे पातशाह धन धन श्री गुरु तेग बहादुर साहब महाराज जी दे महान भजन बंदगी तप अस्थान गुरुद्वारा श्री भोरा साहिब जी पातशाही नौवीं विखे संध्या ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਆਪਾਂ ਨੂੰ ਇਹ ਸਮਾਂ ਮਿਲਿਆ ਹੈ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ। ਮਹਾਰਾਜ ਸਾਹਿਬ ਜੀ ਸਤਿਗੁਰੂ ਦੀ ਵਡਿਆਈ ਕਰਨ ਦਾ ਸਮਾਂ ਮਿਲਿਆ ਹੈ, ਪਰ ਸਤਿਗੁਰੂ ਦੀ ਪੂਰਨ ਵਡਿਆਈ ਆਪਾਂ ਕਹਿ ਨਹੀਂ ਸਕਦੇ। ਇਹ ਬਚਨ ਹੈ ਤੇਰੇ ਗੁਣ ਗਾਵਾਂ ਦੇਹ ਬੁਝਾਈ। ਮਹਾਰਾਜ ਤੂੰ ਆਪ ਹੀ ਐਸੀ ਸਮਝ ਬਖਸ਼ ਵੀ ਤੇਰੇ ਅਸੀਂ ਗੁਣ ਗਾਉਂਦੇ ਰਹੀਏ। ਸਤਿਗੁਰੂ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਨੀਲੇ ਘੋੜੇ ਦੇ ਅਸਵਾਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਪ੍ਰਸੰਗ ਕੱਲ ਸਰਵਣ ਕੀਤਾ ਹੈ ਵੀ ਬਾਬਾ ਰਾਮ ਰਾਏ ਗੁਰੂ ਕਲਗੀਧਰ ਸਾਹਿਬ ਨੂੰ ਮਿਲਣ ਵਾਸਤੇ ਆਇਆ ਹੈ। ਇੱਧਰੋਂ ਗੁਰੂ ਮਹਾਰਾਜ ਵੀ ਪਟਨਾ ਸਾਹਿਬ ਪਾਉਂਟਾ ਸਾਹਿਬ ਤੋਂ ਚੱਲ ਕੇ ਗਏ ਨੇ। ਜਮਨਾ ਦੇ ਵਿੱਚ ਗੁਰਾਂ ਦਾ ਮੇਲ ਹੋਇਆ ਹੈ। ਕੁਝ 94 ਸਿੱਖ ਗੁਰਾਂ ਦੇ ਪਾਸ ਨੇ, ਕੁਝ ਰਾਮ ਰਾਏ ਦੇ ਨਾਲ ਨੇ। ਵਿਦਵਾਨ ਇਹ ਵੀ ਕਹਿੰਦੇ ਆ ਵੀ ਕੁਝ ਸਮਾਂ ਸਾਰੇ ਹੀ ਸੇਵਕ ਇੱਕ ਪਾਸੇ ਉਤਰ ਗਏ ਸੀ, ਇਕੱਲਾ ਗੁਰੂ ਕਲਗੀਧਰ ਤੇ ਬਾਬਾ ਰਾਮ ਰਾਏ ਦੀ ਮੁਲਾਕਾਤ ਹੋਈ। ਮਨ ਵਿੱਚ ਪਛਤਾਇਆ ਗੁਰਾਂ ਦੇ ਦਰਸ਼ਨ ਕਰਕੇ ਵੀ ਮੈਂ ਗੁਰੂ ਘਰ ਤੋਂ ਕਾਹਦੇ ਵਾਸਤੇ ਟੁੱਟਾ ਰਿਹਾ, ਕਿੰਨਾ ਸਮਾਂ ਖਰਾਬ ਕੀਤਾ। ਫਿਰ ਵੀ ਗੁਰਾਂ ਨੇ ਆਪਣੇ ਨਾਲ ਮੇਲ ਲਿਆ। ਬੇੜੀ ਤੋਂ ਉਤਾਰਨ ਆਏ ਉਸ ਤੋਂ ਪਹਿਲਾਂ ਹੀ ਇੱਕ ਹੋਰ ਵੀ ਮਹਾਰਾਜ ਨੇ ਬਚਨ ਕਿਹਾ, ਕਿਉਂਕਿ ਜਿਹੜੇ ਰਾਮ ਰਾਏ ਨਾਲ ਸਿੱਖ ਆਏ ਸੀ ਕੁਝ ਅਖਵਾਉਂਦੇ ਮਸੰਦ, ਉਹ ਪਿੱਠ ਕਰਕੇ ਖਲੋਤੇ ਸੀ। ਮਹਾਰਾਜ ਕਹਿੰਦੇ ਰਾਮ ਰਾਏ ਤੂੰ ਤਾਂ ਠੀਕ ਹੈ, ਤੂੰ ਤਾਂ ਸ਼ਰਨ ਆ ਗਿਆ, ਤੇਰੀ ਸੰਗਤ ਭੂਤਨੀ ਹੈ। ਕੁਝ ਬੋਲਿਆ ਨਹੀਂ, ਪਤਾ ਸੀ ਵੀ ਹੁਣ ਮੈਂ ਉਹਨਾਂ ਦੇ ਵੱਸ ਪਿਆ। ਫਿਰ ਬਹਿਲੋ ਕੇ ਗੁਰਦਾਸ ਨੂੰ ਕਹਿੰਦੇ ਵੀ ਤੂੰ ਬੜੇ ਤੀਰ ਕਹਿੰਦੇ ਚਲਾਉਣੇ ਸੀ ਸਾਡੇ ਉੱਤੇ, ਹੁਣ ਫਿਰ ਕਿੱਥੇ ਹੈ ਤੀਰ ਤੇਰੇ ਵਿਖਾ। ਨਾਲ ਹੀ ਕਹਿੰਦੇ ਤੇਰਾ ਭਰਾ ਤਾਰਾ ਕਿੱਥੇ ਹੈ, ਜਿਹੜਾ ਤੇਰੀ ਇਹ ਗੱਲ ਸੁਣ ਕੇ ਬੜਾ ਉਦੋਂ ਉਹਦੇ ਹੋਇਆ ਸੀ। ਉਦੋਂ ਬੜਾ ਕਹਿੰਦੇ ਬੁੜਕ ਬੁੜਕ ਕਹਿੰਦਾ ਸੀ ਵੀ ਮੈਂ ਚਲਾਊਂਗਾ ਤੀਰ। ਸਾਹਿਬ ਕਹਿੰਦੇ ਹੁਣ ਦਿਖਦਾ ਕਿਉਂ ਨਹੀਂ ਹੈ। ਕਹਿੰਦੇ ਉਦੋਂ ਤਾਂ ਬੜਾ ਉਦੇ ਹੋਇਆ ਸੀ, ਹੁਣ ਅਸੀਂ ਕਹਿੰਦੇ ਹਾਂ ਵੀ ਅਸਤ ਹੋ ਗਿਆ ਹੈ, ਬਿਲਕੁਲ ਕਹਿੰਦੇ ਡਿੱਗ ਗਿਆ, ਹੁਣ ਡਰ ਗਿਆ ਤਾਰਾ। ਹਾਥੀ ਜੋੜ ਲਏ ਮਹਾਰਾਜ ਬਖਸ਼ ਲਓ। ਸਤਿਗੁਰੂ ਮਹਾਰਾਜ ਇੱਦਾਂ ਕੌਤਕ ਕਰਕੇ ਰਾਮ ਰਾਏ ਨੂੰ ਕੰਢੇ 'ਤੇ ਉਤਾਰ ਕਰਕੇ ਤੇ ਵਾਪਸ ਮੁੜਨ ਲੱਗੇ ਹਨ। ਇੱਥੋਂ ਤੀਕਰ ਆਪਾਂ ਕੱਲ੍ਹ ਸਾਖੀ ਸੁਣੀ ਹੈ। ਸੋ ਆਓ ਇਸ ਤੋਂ ਅੱਗੇ ਜਿਵੇਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਾਪਸ ਪਾਉਂਟਾ ਸਾਹਿਬ ਪਹੁੰਚਦੇ ਨੇ, ਜਿਵੇਂ ਮਹਾਰਾਜ ਸਾਹਿਬ ਜੀ ਇੱਥੇ ਕੁਝ ਕੌਤਕ ਕਰਦੇ ਨੇ। ਕਪਾਲ ਮੋਚਣ 'ਤੇ ਮਹਾਰਾਜ ਨੇ ਲੀਲਾ ਕੀਤੀ, ਉਹ ਪ੍ਰਸੰਗ ਆਪਾਂ ਜਿਹੜਾ ਹੈ ਉਹ ਸਰਵਣ ਕਰਾਂਗੇ। ਆਓ ਗੁਰੂ ਗਰੀਬ ਨਿਵਾਸ ਸਾਹਿਬ ਦੇ
ਚਰਨਾਂ ਦਾ ਧਰੋ ਧਿਆਨ। ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਦੋਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਬਾਬਾ ਰਾਮ ਰਾਏ ਨੂੰ ਕੰਢੇ 'ਤੇ ਉਤਾਰ ਦਿੱਤਾ, ਰਾਮ ਰਾਏ ਬੜੀ ਖੁਸ਼ੀ ਦੇ ਨਾਲ ਆਪਣੇ ਆਸਣ 'ਤੇ ਚਲਾ ਗਿਆ ਦੇਹਰਾਦੂਨ। ਉਹ ਉਧਰ ਨੂੰ ਚੱਲ ਪਿਆ। ਇੱਧਰ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਜਿਹੜਾ ਬੇੜੀ ਚਲਾਉਣ ਵਾਲਾ ਮਲਾਹ ਸੀ ਉਹਨੂੰ ਪ੍ਰੇਰਿਆ। ਮਹਾਰਾਜ ਕਹਿੰਦੇ ਵੀ ਚਲੋ ਹੁਣ ਸਿੱਧਾ ਹੀ ਪਾਉਂਟਾ ਸਾਹਿਬ ਨੂੰ ਬੇੜੀ ਲੈ ਚੱਲੋ। ਰਾਵ ਕਹਿੰਦੇ ਨੇ ਸੂਰਜ ਨੂੰ, ਤਨੁਜਾ ਕਹਿੰਦੇ ਨੇ ਧੀ ਨੂੰ। ਸੂਰਜ ਦੀ ਧੀ ਮੰਨੀ ਹੈ ਜਮਨਾ, ਭਾਵ ਕਿ ਜਮਨਾ ਨਦੀ ਦੇ ਵਿੱਚ ਨੂੰ। ਗੁਰੂ ਕਲਗੀਧਰ ਮਹਾਰਾਜ ਬੜੇ ਖੁਸ਼ ਹੋ ਕਰਕੇ ਪਾਉਂਟਾ ਸਾਹਿਬ ਨੂੰ ਬੇੜੀ ਦੇ ਵਿੱਚ ਹੀ ਚੱਲੇ ਆ ਰਹੇ ਨੇ। ਪਹਿਲਾਂ ਤਾਂ ਇੱਕ ਕਿਨਾਰੇ ਤੋਂ ਮਹਾਰਾਜ ਘੋੜੇ 'ਤੇ ਚੜ੍ਹ ਕੇ ਕਿਨਾਰੇ ਤੀਕਰ ਆਏ ਸਨ। ਪਾਉਂਟਾ ਸਾਹਿਬ ਦੇ ਚੜ੍ਹਦੇ ਪਾਸੇ ਨੂੰ ਗਏ ਸੀ ਥੋੜ੍ਹਾ ਦੂਰ, ਅਤੇ ਉੱਥੋਂ ਉਤਰ ਕੇ ਮਹਾਰਾਜ ਬੇੜੀ ਚੜ੍ਹ ਕੇ ਪਾਰ ਹੋਏ ਸੀ। ਪਰ ਹੁਣ ਪਾਣੀ ਦਾ ਜਿੱਧਰ ਨੂੰ ਵਹਾਅ ਹੈ ਉੱਧਰ ਹੀ ਪਾਉਂਟਾ ਸਾਹਿਬ ਹੈ, ਜਿਸ ਕਰਕੇ ਮਹਾਰਾਜ ਜੀ ਘੋੜੇ 'ਤੇ ਨਹੀਂ ਸਵਾਰ ਹੋਏ ਅਤੇ ਬੇੜੀ ਦੇ ਵਿੱਚ ਹੀ ਚੜ੍ਹੇ ਹੋਏ ਜਮਨਾ ਨਦੀ ਦੀ ਸੈਰ ਕਰਦਿਆਂ ਹੋਇਆਂ ਬਹੁਤ ਹੀ ਆਨੰਦ ਦੇ ਨਾਲ ਆ ਰਹੇ ਹਨ। ਚਲੇ ਨਾਊ ਜਲ ਕੇ ਅਨੁਕੂਲੰ, ਕਿਉਂਕਿ ਜਿਹੜੀ ਬੇੜੀ ਹੈ ਉਹ ਪਾਣੀ ਦੇ ਅਨੁਕੂਲ ਚੱਲ ਰਹੀ ਹੈ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬੇੜੀ ਦੇ ਵਿੱਚ ਅਸਵਾਰ ਹੋ ਕੇ ਤੇ ਬੜੇ ਆਨੰਦ ਨਾਲ ਪਾਉਂਟਾ ਸਾਹਿਬ ਨੂੰ ਚੱਲੇ ਨੇ। ਤੇ ਜਿਹੜੇ ਪਾਸੇ ਨੂੰ ਪਾਣੀ ਦਾ ਵਹਾਅ ਹੈ ਬੇੜੀ ਜਲ ਦੇ ਅਨੁਕੂਲ ਚੱਲ ਰਹੀ ਹੈ, ਕਿਉਂਕਿ ਪਹਿਲਾਂ ਮਹਾਰਾਜ ਸਾਹਿਬ ਚੜ੍ਹਦੇ ਵਾਲੇ ਪਾਸਿਓਂ ਜਾ ਕੇ ਪਾਰ ਹੋਏ ਸੀ ਜਮਨਾ। ਹੁਣ ਜਿੱਧਰਲੇ ਬੰਨੇ ਪਾਉਂਟਾ ਸਾਹਿਬ ਨੂੰ ਮਹਾਰਾਜ ਨੇ ਆਉਣਾ ਸੀ, ਪਾਣੀ ਵੀ ਜਮਨਾ ਦਾ ਉੱਧਰ ਨੂੰ ਹੀ ਵਹਿ ਰਿਹਾ ਹੈ, ਜਿਸ ਕਰਕੇ ਗੁਰੂ ਗਰੀਬ ਨਵਾਜ ਬੇੜੀ 'ਚ ਅਸਵਾਰ ਨੇ ਤੇ ਬੇੜੀ ਪਾਣੀ ਦੇ ਅਨੁਕੂਲ ਹੀ ਚੱਲ ਰਹੀ ਹੈ। ਹਾਂ, ਮਹਾਰਾਜ ਸਾਹਿਬ ਜੀ ਬੇੜੀ ਵਿੱਚ ਅਸਵਾਰ ਹੋਏ ਨੇ ਤੇ ਦੁਆ ਕੂਲੰਗ ਕਹਿੰਦੇ ਨੇ ਕੰਢਿਆਂ ਨੂੰ। ਕੂਲੰਗ ਨਾਮ ਕਿਨਾਰੇ ਦਾ ਹੈ, ਦੁਆਏ ਨਾਮ ਹੈ। ਦੋਵੇਂ ਕਿਨਾਰੇ ਜਿਹੜੇ ਜਮਨਾ ਦੇ ਹਨ, ਬੇੜੀ 'ਚ ਅਸਵਾਰ ਹੋਏ ਪਾਣੀ ਦੀ ਸੈਰ ਕਰ ਰਹੇ ਨੇ ਤੇ ਮਹਾਰਾਜ ਸਾਹਿਬ ਜੀ ਦੋਵੇਂ ਕਿਨਾਰਿਆਂ ਨੂੰ ਨੀਝ ਲਾ ਕਰਕੇ ਵੇਖ ਰਹੇ, ਤੱਕ ਰਹੇ ਹਨ। ਤੇ ਸਤਿਗੁਰੂ ਮਹਾਰਾਜ ਜੀ ਕੀ ਵੇਖ ਰਹੇ ਨੇ? ਬੜਾ ਸੁੰਦਰ ਕਿਨਾਰੇ ਹਨ। ਕਿਨਾਰਿਆਂ ਦੀ ਸੁੰਦਰਤਾ ਕਿਸ ਕਰਕੇ ਹੈ? ਸੁੰਦਰਤਾ ਹੈ ਵੀ ਦੋਵੇਂ ਪਾਸੇ ਕਿਨਾਰਿਆਂ 'ਤੇ ਬਹੁਤ ਤਰ੍ਹਾਂ ਦੇ ਰੁੱਖਾਂ ਦੀਆਂ ਪੰਕਤੀਆਂ ਖਲੋਤੀਆਂ ਨੇ। ਤਰ੍ਹਾਂ ਤਰ੍ਹਾਂ ਦੇ ਦਰਖਤ ਜਿਹੜੇ ਹਨ ਖੜੋਤੇ ਹਨ। ਕਿਤੇ ਚੀਲ ਦਾ ਹੈ, ਕੋਈ ਢਾਕ ਪਲਾਸ ਦਾ ਏ, ਕਿਤੇ ਅੰਬਾਂ ਦੇ ਦਰਖਤ ਹਨ। ਸੋ ਇਸੇ ਤਰ੍ਹਾਂ ਦਿਆਲ ਦਾ ਦਰਖਤ ਹੈ, ਹੋਰ ਕਈ ਕਿਸਮਾਂ ਦੇ ਉੱਚੇ ਲੰਮੇ ਮੋਟੇ ਦਰਖਤ
ਜਮਨਾ ਨਦੀ ਦੇ ਦੋਵੇਂ ਕਿਨਾਰਿਆਂ ਤੇ ਖੜੋਤੇ ਹੋਏ ਬੜੇ ਸੋਹਣੇ ਲੱਗ ਰਹੇ ਨੇ, ਬੜੀ ਸੋਹਣੀ ਸੁੰਦਰਤਾ ਹੋ ਰਹੀ ਹੈ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਹੇਰ ਹੈ ਹਰੀ ਹਰੀ ਜਬ ਖਰੀ। ਕਹਿੰਦੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੋਵੇਂ ਪਾਸੇ ਜਦੋਂ ਦੇਖਦੇ ਹਨ ਦਰਖਤ ਹਰੇ ਭਰੇ ਹਨ, ਕਿਉਂਕਿ ਪਾਣੀ ਕੰਢਿਆਂ ਤੋਂ ਜੜ੍ਹਾਂ ਦੇ ਵਿੱਚ ਨਦੀ ਦਾ ਪਾਣੀ ਪ੍ਰਾਪਤ ਹੋਣ ਕਰਕੇ ਦਰਖਤ ਵੀ ਚੰਗੇ ਸੋਹਣੇ ਹਰੇ ਨੇ, ਸੋਹਣੇ ਪ੍ਰਫੁੱਲਤ ਹੋ ਰਹੇ ਨੇ। ਤੇ ਹਰੇ ਹਰੇ ਰੰਗ ਦੇ ਦਰਖਤ ਦੇ ਪੱਤੇ, ਹਰੀਆਂ ਹਰੀਆਂ ਪੱਤਿਆਂ ਨਾਲ ਭਰੀਆਂ ਹੋਈਆਂ ਟਹਿਣੀਆਂ ਜੋ ਬੜੀਆਂ ਹੀ ਖਰੀਆਂ, ਬੜੀਆਂ ਸੋਹਣੀਆਂ ਲੱਗ ਰਹੀਆਂ ਮਹਾਰਾਜ ਸਾਹਿਬ ਜੀ ਤੱਕ ਰਹੇ ਹਨ। ਤੇ ਸਹਿਜੇ ਸਹਿਜੇ ਆਨੰਦ ਦੇ ਨਾਲ ਮਹਾਰਾਜ ਸਾਹਿਬ ਜੀ ਮਲਾਹ ਨੂੰ ਕਹਿ ਰਹੇ ਨੇ ਵੀ ਚੱਪੂ ਨਹੀਂ ਚਲਾਉਣਾ, ਚੱਪੂ ਨਹੀਂ ਚਲਾਉਣਾ, ਕਿਉਂਕਿ ਪਾਣੀ ਜਿਵੇਂ ਵਗਦਾ ਹੈ ਐਵੇਂ ਸਹਿਜੇ ਸਹਿਜੇ ਆਪਣੇ ਆਪ ਜੋ ਬੇੜੀ ਹੈ ਉਹ ਪਾਣੀ ਦੇ ਉੱਤੇ ਚੱਲ ਰਹੀ ਹੈ। ਸਤਿਗੁਰੂ ਆਪਣੇ ਆਨੰਦ ਦੇ ਨਾਲ ਆ ਰਹੇ ਨੇ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਆਪਣੇ ਸੁਭਾਏਮਾਨ ਮੁਖਾਰ ਬਿੰਦ ਤੋਂ ਬੜੀ ਸੋਭਾ ਬੜੀ ਵਡਿਆਈ ਵਰਣਨ ਕਰ ਕਰਕੇ ਸਿੱਖਾਂ ਨੂੰ ਦੱਸਦੇ ਨੇ। ਮਹਾਰਾਜ ਸਾਹਿਬ ਕਹਿੰਦੇ ਵੇਖੋ ਗੁਰਸਿੱਖੋ ਕਿੱਡੀ ਸੋਹਣੀ ਨਦੀ ਹੈ, ਕਿੰਨਾ ਸੋਹਣਾ ਜਲ ਦਾ ਪ੍ਰਵਾਹ ਹੈ, ਕਿੱਡੇ ਸੋਹਣੇ ਦੋਵਾਂ ਕਿਨਾਰਿਆਂ ਤੇ ਖੜੇ ਹੋਏ ਦਰਖਤ ਹਨ। ਫਿਰ ਮਹਾਰਾਜ ਸਾਹਿਬ ਜੀ ਫੁੱਲਾਂ ਵਾਲੇ ਜਿਹੜੇ ਬੂਟੇ ਨੇ ਜੋ ਫੁੱਲਾਂ ਦੇ ਨਾਲ ਜੰਗਲ ਵਿੱਚ ਭਰੇ ਹੋਏ ਹਨ, ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫੁੱਲਾਂ ਵਾਲੇ ਦਰਖਤ ਆਪ ਵੇਖ ਰਹੇ ਹਨ। ਤੇ ਆਪ ਜਿੱਥੇ ਵੇਖ ਰਹੇ ਨੇ ਉੱਥੇ ਨਾਲ ਦੇ ਜਿਹੜੇ ਗੁਰਸਿੱਖ ਸਨ ਉਹਨਾਂ ਨੂੰ, ਜਿਵੇਂ ਭਾਈ ਸੰਗੋ ਸ਼ਾਹ, ਸਾਹਰੀ ਮੱਲ, ਅਜੀਤ ਆਦਿਕ ਅਤੇ ਗਾਜੀ ਗੁਲਾਬ, ਆਨੰਦ ਚੰਦ, ਦਇਆ ਰਾਮ ਪੁਰੋਹਿਤ ਤੇ ਕਿਰਪਾਲ ਚੰਦ ਆਦਿਕ ਜਿਹੜੇ 8 ਸੂਰਮੇ ਮਹਾਰਾਜ ਦੇ ਨਾਲ ਗਏ ਸਨ, ਕਲਗੀਧਰ ਮਹਾਰਾਜ ਆਪ ਵੀ ਵੇਖ ਰਹੇ ਨੇ ਕਿ ਵੇਖੋ ਕਿੱਡੇ ਸੋਹਣੇ ਫੁੱਲਾਂ ਨਾਲ ਭਰੇ ਹੋਏ ਦਰਖਤ ਨੇ, ਅਤੇ ਨਾਲ ਦੇ ਸੇਵਕਾਂ ਨੂੰ ਵੀ ਵਿਖਾ ਰਹੇ ਹਨ ਇਸ਼ਾਰਾ ਕਰਕੇ। ਫਿਰ ਦਰਖਤਾਂ ਦੀਆਂ ਬਹੁਤ ਜਾਤਾਂ ਦੱਸਦੇ ਜਾਂਦੇ ਨੇ ਮਹਾਰਾਜ। ਸਤਿਗੁਰੂ ਸਾਹਿਬ ਜੀ ਗਿਆਨਵਾਨ ਹਨ, ਕਿਉਂਕਿ ਜਗਤ ਦੀ ਰਚਨਾ ਕਰਨ ਵਾਲੇ ਦਾ ਤੇ ਸਰੂਪ ਹੈ। ਤੇ ਜੰਗਲਾਂ ਵਿੱਚ ਬਹੁਤ ਕਿਸਮਾਂ ਦੇ, ਬਹੁਤ ਤਰ੍ਹਾਂ ਤਰ੍ਹਾਂ ਦੇ ਰੁੱਖ ਹਨ, ਜਿਹੜੇ ਆਪਾਂ ਵੀ ਵੇਖੀਏ ਤਾਂ ਆਪਾਂ ਨੂੰ ਸਾਰਿਆਂ ਦਾ ਨਾਮ ਨਹੀਂ ਪਤਾ ਹੋਏਗਾ। ਅੱਜ ਕੱਲ੍ਹ ਵੀ ਜੰਗਲਾਂ ਵਿੱਚ ਐਸੇ ਦਰਖਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਇਹ ਕਿਹੜੀ ਕਿਸਮ ਦਾ ਹੈ ਤੇ ਇਹਦਾ ਨਾਮ ਕੀ ਹੈ, ਇਹਦੀ ਜਾਤ ਕੀ ਹੈ। ਮਹਾਰਾਜ ਕਲਗੀਧਰ ਸਾਹਿਬ ਦਰਖਤਾਂ ਦੇ ਵੀ ਚੰਗੂ ਜਾਣੂ ਹਨ, ਅਤੇ ਸਾਰੇ ਦਰਖਤਾਂ ਦੀਆਂ ਜਾਤਾਂ, ਉਹਨਾਂ ਦੇ ਨਾਮ, ਉਹਨਾਂ ਦੀਆਂ ਕਿਸਮਾਂ ਦੱਸਦੇ ਹੋਏ ਜਾ ਰਹੇ ਨੇ। ਤੇ ਫਿਰ ਬਿਨਾਂ ਕਿਸੇ ਚਿੱਕੜ ਤੋਂ, ਬਿਨਾਂ ਕਿਸੇ ਮਿੱਟੀ ਮਲੀਨ ਤੋਂ ਬੜਾ ਸੋਹਣਾ ਜਮਨਾ ਦਾ ਪ੍ਰਵਾਹ ਚੱਲ ਰਿਹਾ ਹੈ, ਕਿਉਂਕਿ ਜਿਨ੍ਹਾਂ ਸਮਿਆਂ 'ਚ ਮੀਂਹ ਪੈਂਦਾ ਏ, ਵਰਖਾ ਦੀ ਰੁੱਤ ਵਿੱਚ ਪਹਾੜ ਖੁਰਦੇ ਨੇ, ਉਹ ਪਾਣੀ 'ਚ ਆਉਂਦੇ ਨੇ, ਤੇ ਪਾਣੀ ਜਿਹੜਾ ਉਹ ਗਾਰਜੀ ਵਾਲਾ ਹੁੰਦਾ। ਪਰ ਇਹ ਸਰਦ ਰੁੱਤ ਦਾ ਸਮਾਂ ਹੈ, ਅੱਸੂ ਦੇ ਮਹੀਨੇ ਦੇ ਨੇੜੇ ਦੀ ਗੱਲ ਆ, ਜਦੋਂ ਰਾਮ ਰਾਏ ਨੂੰ ਮਿਲੇ ਬੇੜੀ ਵਿੱਚ, ਜਿਸ ਕਰਕੇ ਬੜਾ ਸੋਹਣਾ ਬਿਨਾਂ ਚਿੱਕੜ ਤੋਂ ਪ੍ਰਵਾਹ ਚੱਲ ਰਿਹਾ ਹੈ। ਤੇ ਦੂਸਰਾ ਕਾਰਨ ਇਹ ਹੈ ਵੀ ਪਰਥੀਲੀ ਪੱਥਰ ਵਾਲੀ ਧਰਤੀ ਹੈ ਉੱਥੇ ਲਾਗੇ ਲਾਗੇ ਸਾਰੀ, ਜਿਸ ਕਰਕੇ ਪਾਣੀ ਦੇ ਵਿੱਚ ਕੋਈ ਚਿੱਕੜ ਨਹੀਂ ਹੈ, ਕੋਈ ਗਾਰ ਨਹੀਂ, ਬੜਾ ਸੋਹਣਾ ਤੇ ਸਾਫ਼ ਜਲ ਵਗ ਰਿਹਾ ਏ। ਸਿਆਮਲ ਕਾਲੇ ਰੰਗ ਦੀ ਭਾ ਮਾਰਦਾ ਹੈ, ਇਉਂ ਲੱਗਦਾ ਵੀ ਕਾਲਾ ਹੈ, ਵਿੱਚੋਂ ਹੀ ਲੱਗਣ ਲੱਗ ਪੈਂਦਾ ਵੀ ਰੰਗ ਨੀਲਾ ਹੈ। ਇਵੇਂ ਸਿਆਮ ਦਾ ਰੰਗ, ਸਾਧ ਸੰਗਤ ਸਿਆਮਲ ਦਾ ਅਰਥ ਕਾਲਾ ਵੀ ਹੁੰਦਾ ਹੈ ਤੇ ਨੀਲਾ ਵੀ ਕਰ ਦਿੰਦੇ ਨੇ। ਇਵੇਂ ਸੋਹਣਾ ਕਾਲਾ ਜਿਹਾ ਨੀਲਾ ਜਿਹਾ ਭਾ ਮਾਰਦਾ ਜਲ ਵਗ ਰਿਹਾ ਜਮਨਾ ਦਾ। ਜਿਸ ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਪਾਉਂਟਾ ਸਾਹਿਬ ਨਗਰ ਗੁਰੂ ਕਲਗੀਧਰ ਜੀ ਨੇ ਵਸਾਇਆ ਹੈ। ਮਹਾਰਾਜ ਉਸ ਪਾਉਂਟਾ ਸਾਹਿਬ ਵੱਲ ਨੂੰ ਪਾਣੀ ਦੇ ਉੱਤੇ ਬੇੜੀ ਤੇ ਸਵਾਰ ਹੋ ਕਰਕੇ ਚੱਲੇ ਆ ਰਹੇ ਹਨ। ਜਿਹੜੇ ਘੋੜੇ ਮਹਾਰਾਜ ਸਾਹਿਬ ਜੀ ਲੈ ਕੇ ਗਏ ਸੀ, ਉਹ ਘੋੜਿਆਂ ਨੂੰ ਸੇਵਕ ਜਿਹੜੇ ਆ ਕਿਨਾਰੇ ਕਿਨਾਰੇ ਤੋਰ ਕੇ ਲਈ ਆ ਰਹੇ ਨੇ, ਕਿਉਂਕਿ ਮਹਾਰਾਜ ਜੀ ਨੇ ਬੇੜੀ 'ਚ ਹੀ ਆਉਣਾ ਸੋਹਣਾ ਚੰਗਾ ਜਾਣਿਆ।
ਜਿਸ ਕਰਕੇ ਗੁਰੂ ਸਾਹਿਬ ਅਤੇ ਬਾਕੀ ਸਿੱਖਾਂ ਦੀ ਸਵਾਰੀ ਵਾਲੇ ਜਿਹੜੇ ਘੋੜੇ ਨੇ, ਸੇਵਾਦਾਰ ਕਾਜਿਆਂ ਤੋਂ ਲਗਾਮਾਂ ਤੋਂ ਫੜ ਕੇ ਕੰਢੇ ਕੰਢੇ ਤੋਰ ਕੇ ਲਈ ਆ ਰਹੇ ਨੇ। ਆ ਸਾਰਿਆਂ ਘੋੜਿਆਂ ਦੇ ਸੇਵਕ ਲੈ ਲੈ ਕੇ ਘੋੜਿਆਂ ਨੂੰ ਆ ਰਹੇ ਹਨ, ਦੌੜ ਰਹੇ ਨੇ। ਜਿੱਥੇ ਜਮਨਾ ਦੇ ਕੰਢੇ ਤੇ ਬੈਠਣ ਵਾਸਤੇ ਬਹੁਤ ਸੋਹਣੀ ਸੁੰਦਰ ਥਾਂ ਹੈ। ਜਿੱਥੇ ਜਮਨਾ ਦੇ ਕਿਨਾਰੇ ਤੇ ਬਹੁਤ ਵੱਡੀ ਸ਼ਿਲਾ, ਬਹੁਤ ਵੱਡਾ ਇੱਕ ਪੱਥਰ ਪਿਆ ਹੋਇਆ ਹੈ। ਹੁਣ ਵੀ ਦਰਸ਼ਨ ਕਰੋ, ਜਿਵੇਂ ਦਰਬਾਰ ਤਾਂ ਉੱਚੇ ਥਾਂ ਬਣਾ ਦਿੱਤਾ ਨਾ, ਪਰ ਜਿੱਥੇ 52 ਕਵੀਆਂ ਦੇ ਕੋਲ ਮਹਾਰਾਜ ਕਵਿਤਾ ਕਹਾ ਕੇ ਸੁਣਦੇ ਸੀ, ਉਹ ਜਿੱਥੇ ਕਵੀਆਂ ਦਾ ਗੁਰੂ ਘਰ ਗੁਰਦੁਆਰਾ ਬਣਿਆ, ਉਹ ਪਿਛਲੇ ਪਾਸੇ ਨੂੰ ਪੌੜੀਆਂ ਤੋਂ ਉਤਰ ਕੇ ਜਮਨਾ ਵਾਲੇ ਬੰਨੇ ਨੂੰ ਜਾਈਦਾ, ਤੇ ਹਾਲਾਂ ਵੀ ਉਹ ਕੰਢੇ ਦੇ ਲਾਗਿਓਂ ਜਮਨਾ ਵਹਿੰਦੀ ਹੈ। ਉੱਥੇ ਹੀ ਮਹਾਰਾਜ ਨੇ ਆਪਣਾ ਟਿਕਾਣਾ ਬਣਾਇਆ ਸੀ, ਉੱਥੇ ਹੀ ਚੌਂਕੜਾ ਮਾਰ ਕੇ ਬੈਠਦੇ ਹੁੰਦੇ ਸਨ ਸਤਿਗੁਰੂ। ਜਿੱਥੇ ਬਹੁਤ ਵੱਡੀ ਪੱਥਰ ਦੀ ਸ਼ਿਲਾ ਹੈ, ਬਹੁਤ ਵੱਡਾ ਮਹਾਰਾਜ ਸਾਹਿਬ ਦੇ ਬੈਠਣ ਦੇ ਲਈ ਥਾਂ ਹੈ। ਤੇ ਕਵੀ ਜੀ ਨਾਲ ਹੀ ਆਪਣੇ ਵੱਲੋਂ ਕਹਿੰਦੇ ਵੀ ਹੁਣ ਤੀਕਰ ਵੀ ਕਹਿੰਦੇ ਮੈਂ ਦਰਸ਼ਨ ਕਰਕੇ ਆਇਆ ਵੀ ਉਹ ਬਿਨਾਂ ਚਿੱਕੜ ਤੋਂ ਹੀ ਪਾਣੀ ਦਾ ਕਿਨਾਰਾ ਹੈ, ਜਮਨਾ ਦਾ ਪੱਥਰ ਹੈ, ਕਿਉਂਕਿ ਕੰਢੇ ਤੀਕਰ, ਜਿਸ ਕਰਕੇ ਪੱਥਰ ਹੋਣ ਦੇ ਕਾਰਨ ਚਿੱਕੜ ਨਹੀਂ, ਗਾਰ ਨਹੀਂ ਬਣਦੀ, ਬਿਨਾਂ ਗਾਰੇ ਤੋਂ ਕਿਨਾਰਾ ਹੈ। ਅਤੇ ਉਸ ਅਸਥਾਨ ਤੋਂ ਖਲੋ ਕੇ ਦੋਵੇਂ ਕਿਨਾਰੇ ਬੜੇ ਸੋਹਣੇ ਦਿਖਦੇ ਨੇ। ਅੱਗੋਂ ਜਮਨਾ ਥੋੜ੍ਹੀ ਜਿਹੀ ਘੁੰਮ ਜਾਂਦੀ ਹੈ ਪਿਛਿਓਂ, ਪਰ ਜਦੋਂ ਉੱਥੇ ਪਾਉਂਟਾ ਸਾਹਿਬ ਵਾਲੇ ਸਥਾਨ ਤੋਂ ਵੇਖੀਏ, ਉਰਲਾ ਕਿਨਾਰਾ ਵੀ ਦੂਰ ਤਾਈਂ ਦਿਖਦਾ ਤੇ ਪਰਲਾ ਕਿਨਾਰਾ ਵੀ ਸਾਫ਼ ਦਿਖਾਈ ਦਿੰਦਾ ਏ। ਉਸ ਥਾਂ ਤੇ ਜਿੱਥੇ ਪੱਥਰ ਦੀ ਸ਼ਿਲਾ ਹੈ, ਕਲਗੀਧਰ ਮਹਾਰਾਜ ਨੇ ਉੱਥੇ ਬੇੜੀ ਆ ਕੇ ਖਿਲਾਰ ਦਿੱਤੀ, ਕਹਿ ਕੇ ਮਲਾ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਰਾਜਾ ਰੂਪ ਸੱਚੇ ਪਾਤਸ਼ਾਹ ਨੇ ਉਸ ਥਾਂ ਤੇ ਆ ਕੇ ਉਤਰ ਗਏ। ਐਤਵਾਰ ਦਾ ਦਿਨ, ਦੂਜ ਦਾ ਦਿਹਾੜਾ ਸੀ। ਪਹੁੰਚਦਿਆਂ ਪਹੁੰਚਦਿਆਂ ਪਿਛਲਾ ਜਿਹਾ ਪਹਿਰ ਹੋ ਗਿਆ। ਨਿਤਨੇਮ ਕਰਕੇ ਮਹਾਰਾਜ ਨੇ ਲੰਗਰ ਪ੍ਰਸ਼ਾਦਾ ਛਕਿਆ, ਸੁਖ ਆਸਣ ਕੀਤਾ, ਰਾਤ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਵਾ ਪਹਿਰ ਦੇ ਤੜਕੇ ਗੁਰੂ ਕਲਗੀਧਰ ਮਹਾਰਾਜ ਜੀ ਜਾਗੇ ਹਨ, ਸੁਚੇਤ ਹੋਏ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਰੀਰ ਦੀ ਕਿਰਿਆ ਕਰਕੇ ਤੇ ਜਮਨਾ ਦੇ ਜਲ ਦੇ ਵਿੱਚ ਨੀਝ ਦੇ ਨਾਲ ਇਸ਼ਨਾਨ ਕੀਤਾ। ਪੂਰਨ ਸਤਿਗੁਰਾਂ ਨੇ ਇਸ਼ਨਾਨ ਕਰਕੇ ਤਿਆਰ ਹੋ ਕਮਰ ਕੱਸਾ ਮਹਾਰਾਜ ਜੀ ਕਰਕੇ ਕੁਝ ਸਮਾਂ ਧਿਆਨ ਮਗਨ ਰਹੇ। ਉਸ ਤੋਂ ਬਾਅਦ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਕਵਿਤਾ ਕਰਨ ਲੱਗੇ। ਪ੍ਰਭ ਰੂਰੇ ਸਤਿਗੁਰੂ ਪ੍ਰਭੂ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਬਾਣੀ ਉਚਾਰਨ ਲੱਗ ਪਏ ਸੋਹਣੀ ਕਵਿਤਾ ਦੇ ਵਿੱਚ। ਜੋ ਦਸਮ ਗ੍ਰੰਥ ਸਾਹਿਬ ਦਾ ਬਹੁਤਾ ਹਿੱਸਾ ਹੈ, ਉਹ ਮਹਾਰਾਜ ਨੇ ਜਮਨਾ ਦੇ ਕੰਢੇ ਦੇ ਉੱਤੇ ਪਾਉਂਟਾ ਸਾਹਿਬ ਬੈਠ ਕੇ ਉਚਾਰਿਆ। ਉਹਦਾ ਜ਼ਿਕਰ ਹੁਣ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਵੀ ਪੂਰਨ ਸਤਿਗੁਰੂ ਪ੍ਰਭੂ ਦਾ ਰੂਪ ਬੜੀ ਸੋਹਣੀ ਕਵਿਤਾ ਬਣਾ ਕੇ ਬਾਣੀ ਉਚਾਰਦੇ ਹਨ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸ਼੍ਰੀ ਕ੍ਰਿਸ਼ਨ ਅਵਤਾਰ ਦੀ ਜਿਹੜੀ ਕਥਾ ਹੈ, ਉਹ ਕਵਿਤਾ ਦੇ ਵਿੱਚ ਉਚਾਰਨ ਕੀਤੀ। ਕ੍ਰਿਸ਼ਨ ਅਵਤਾਰ ਦੇ ਵਿੱਚ ਕਈ ਤਰ੍ਹਾਂ ਦੇ ਮਹਾਰਾਜ ਨੇ ਛੰਦ ਰੱਖੇ। ਇਹੋ ਜਿਹੇ ਛੰਦ ਵਿੱਚ ਵੀ ਜਿਹੜੇ ਛੰਦ ਕਿਸੇ ਹੋਰ ਕਵੀ ਨੇ ਕਦੀ ਵਰਤੇ ਨਹੀਂ, ਉਹੋ ਜਿਹੇ ਛੰਦ ਵੀ ਮਹਾਰਾਜ ਸਾਹਿਬ ਜੀ ਨੇ ਉਚਾਰੇ ਹਨ। ਤੇ ਸਵਈਏ ਬੜੇ ਸੋਹਣੇ ਸੋਹਣੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਕ੍ਰਿਸ਼ਨ ਅਵਤਾਰ ਦੀ ਕਥਾ ਕਹਿੰਦਿਆਂ ਹੋਇਆਂ ਉਚਾਰਨ ਕੀਤੇ ਹਨ। ਸਾਧ ਸੰਗਤ ਜੀ, ਉਹ ਕਾਰਨ ਇਹ ਸੀ ਵੀ ਜਿਵੇਂ ਸਤਿਗੁਰੂ ਸਾਹਿਬ ਚਾਹੁੰਦੇ ਨੇ ਵੀ ਸਾਡੇ ਸਿੱਖਾਂ ਨੂੰ ਸਭ ਧਰਮਾਂ ਦਾ ਗਿਆਨ ਹੋਵੇ, ਤੇ ਉਸ ਵੇਲੇ ਇਹਨਾਂ ਦਾ ਹੀ ਇਸ ਦੇਸ਼ ਵਿੱਚ ਜ਼ਿਆਦਾ ਪ੍ਰਭਾਵ ਸੀ, ਸਨਾਤਨੀਆਂ ਦਾ। ਤੇ ਫਿਰ ਉਹ ਜਿਹੜੇ ਪੰਡਤ ਬ੍ਰਾਹਮਣ ਸੀ ਵੀ ਉਹ ਇਉਂ ਕਰਦੇ ਵੀ ਉਹ ਕਥਾ ਪਹਿਲੀ ਗੱਲ ਦੱਸਦੇ ਨਹੀਂ ਸੀ ਚੱਜ ਨਾਲ ਸਾਰੀ। ਫਿਰ ਕਈ ਗੱਲਾਂ ਵਿੱਚੋਂ ਜਿਹੜੀਆਂ ਨੇ ਨਾ ਲੁਕਾ ਕੇ ਰੱਖ ਲੈਂਦੇ ਸੀ, ਕਈ ਗੱਲਾਂ ਉਹਨਾਂ ਕਹੀਆਂ ਨਹੀਂ, ਪਰ ਉਹ ਕਲਗੀਧਰ ਮਹਾਰਾਜ ਸਾਹਿਬ ਨੇ ਪ੍ਰਗਟ ਕਹਿ ਦਿੱਤੀਆਂ। ਜਿਵੇਂ ਕ੍ਰਿਸ਼ਨ ਅਵਤਾਰ ਵਿੱਚ ਕਥਾ ਖੜਗ ਸਿੰਘ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੀ ਹੈ, ਹੋਰ ਕਿਸੇ ਨੇ ਨਹੀਂ ਕਹੀ। ਖੜਗ ਸਿੰਘ ਰਾਜਾ ਬੜਾ ਬਲੀ ਹੋਇਆ
ਤੇ ਇਹ ਕ੍ਰਿਸ਼ਨ ਜੀ ਨੂੰ ਜਦੋਂ ਜੰਗ ਕਰਨ ਆਉਂਦਾ ਸੀ ਤੇ ਕਹਿੰਦੇ ਆ ਵੀ ਕ੍ਰਿਸ਼ਨ ਜੀ ਨੂੰ ਫੜ ਕੇ ਨਾ ਤੇ ਜਦੋਂ ਮਾਰਨ ਲੱਗਦਾ ਤੇ ਰੂਪ ਵੇਖ ਕੇ ਕਹਿੰਦਾ ਵੀ ਮੈਨੂੰ ਸੋਹਣਾ ਤੂੰ ਬੜਾ ਲੱਗਦਾ, ਤੈਨੂੰ ਮਾਰਨ ਨੂੰ ਚਿੱਤ ਨਹੀਂ ਕਰਦਾ। ਰਾਜਾ ਖੜਗ ਸਿੰਘ ਕ੍ਰਿਸ਼ਨ ਨੂੰ ਛੱਡ ਦਿੰਦਾ ਸੀ। ਐਵੇਂ 10 ਤੋਂ ਵਧੇਕ ਵਾਰ ਕ੍ਰਿਸ਼ਨ ਨੂੰ ਜਿਉਂਦਿਆਂ ਫੜਿਆ ਖੜਗ ਸਿੰਘ ਨੇ ਤੇ ਫਿਰ ਇਹਨੂੰ ਇਹ ਕਹਿ ਕੇ ਛੱਡ ਦਿੱਤਾ ਵੀ ਜਾ ਤੈਨੂੰ ਬਖਸ਼ਿਆ। ਇੱਕ ਅਧੀਨਗੀ, ਇੱਕ ਵਿਚਾਰਗੀ ਦਾ ਅਹਿਸਾਸ ਕਰਾਇਆ। ਹੁਣ ਇਹ ਕਥਾ ਪੰਡਤ ਥੋੜ੍ਹਾ ਦੱਸੂਗਾ, ਇਹ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਕਰਕੇ ਦੱਸੀ ਵੀ ਕਿਵੇਂ ਰਾਜਾ ਖੜਗ ਸਿੰਘ ਜਿਹੜਾ ਹੈ ਉਹ ਕ੍ਰਿਸ਼ਨ ਜੀ ਨੂੰ ਜਿਉਂਦਿਆਂ ਫੜ ਲਿਆ, ਇਹਨੇ ਕਈ ਵਾਰਾਂ ਜੰਗ ਵਿੱਚ ਹਰਾਇਆ ਹੈ। ਉਹ ਜਿਹੜਾ ਫਿਰ ਉਹ ਮੰਤਰ ਵੀ ਚੱਲਿਆ ਨਾ ਵੀ ਇਹਨਾਂ ਨੇ ਧੋਖੇ ਦੇ ਨਾਲ ਫਿਰ ਮਾਰਿਆ, ਜਿਵੇਂ ਬ੍ਰਾਹਮਣ ਬਣ ਕੇ ਆਏ, ਕਹਿੰਦੇ ਵੀ ਜੋ ਮੰਗ ਲਈਏ ਉਹ ਦੇਣਾ ਚਾਹੀਦਾ। ਖੜਗ ਸਿੰਘ ਨੇ ਵਚਨ ਕਰ ਲਿਆ, ਫਿਰ ਉਹਨਾਂ ਕਿਹਾ ਆਪਣਾ ਸਿਰ ਦੇ ਦੇ, ਸਿਰ ਵੱਢ ਕੇ ਦੇ ਦਿੱਤਾ। ਉਹ ਜਦੋਂ ਚੱਲਿਆ, ਕਿਉਂਕਿ ਜਿਹੜਾ ਸੂਰਮਾ ਹੁੰਦਾ ਉਹ ਸੱਚਖੰਡ ਨੂੰ ਹੀ ਜਾਂਦਾ, ਜਦੋਂ ਸੱਚਖੰਡ ਨੂੰ ਚੱਲਿਆ ਸਾਰਿਆਂ ਨੇ ਉੱਥੇ ਰੌਲਾ ਪਾ ਦਿੱਤਾ ਜੈ ਕ੍ਰਿਸ਼ਨਾ ਜੈ ਕ੍ਰਿਸ਼ਨਾ। ਉਹ ਫੇਰ ਵਾਪਸ ਆ ਗਿਆ, ਕਹਿੰਦੇ ਉਹਨੇ ਆਪਣਾ ਸੀਸ ਵੀ ਵਗਾ ਕੇ ਕ੍ਰਿਸ਼ਨ ਦੀ ਛਾਤੀ 'ਚ ਮਾਰਿਆ, ਮੂਰਛਾ ਨੂੰ ਪ੍ਰਾਪਤ ਹੋ ਗਿਆ, ਸਿਰ ਲੱਥੇ ਤੋਂ ਲੜਨ ਲੱਗ ਪਿਆ। ਫਿਰ ਇਹਨਾਂ ਨੇ ਮੂੰਹ ਦੇ ਵਿੱਚ ਘਾਹ ਲੈ ਕੇ, ਜਿਹਦਾ ਭਾਵ ਸੀ ਅਸੀਂ ਤੁਹਾਡੀਆਂ ਗਊਆਂ ਹਾਂ, ਬੇਨਤੀ ਕੀਤੀ ਵੀ ਤੁਸੀਂ ਹੁਣ ਸੱਚਖੰਡ ਨੂੰ ਹੀ ਜਾਓ। ਤੇ ਉਹਨੇ ਕਿਹਾ ਸੀ ਵੀ ਜੈ ਕ੍ਰਿਸ਼ਨਾ ਨਹੀਂ ਕਹਿਣਾ, ਫਿਰ ਹਰੇ ਕ੍ਰਿਸ਼ਨਾ ਕਹੋ। ਫਿਰ ਉਦੋਂ ਇਹ ਹਰੇ ਕ੍ਰਿਸ਼ਨਾ ਇਹ ਮੰਤਰ ਦਾ ਫਿਰ ਜਾਪ ਕੀਤਾ। ਭਾਵ ਸੀ ਵੀ ਹਾਰ ਕ੍ਰਿਸ਼ਨ ਦੀ ਹੋਈ ਆ, ਜਿੱਤਿਆ ਖੜਗ ਸਿੰਘ ਹੀ ਆ। ਇੱਦਾਂ ਦੇ ਜਿਹੜੇ ਪ੍ਰਸੰਗ ਨੇ ਕੌਣ ਪੰਡਤ ਦੱਸੂਗਾ? ਗੁਰੂ ਕਲਗੀਧਰ ਮਹਾਰਾਜ ਨੇ ਜਿਹੜਾ ਉਹਨਾਂ ਸਨਾਤਨੀਆਂ ਦਾ ਸਾਹਿਤ ਹੈ ਉਹਨੂੰ ਬਹੁਤ ਢੰਗ ਨਾਲ ਸਤਿਗੁਰੂ ਸਾਹਿਬ ਜੀ ਨੇ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੈ। ਫਿਰ 24 ਅਵਤਾਰਾਂ ਦੀ ਕਥਾ ਹੈ, ਹੋਰ ਬੜੇ ਪ੍ਰਸੰਗ ਨੇ, ਨੇਕ ਲੰਕ ਅਵਤਾਰ ਦੀ ਕਥਾ ਹੈ। ਜਿਹੜਾ ਮਹਾਰਾਜ ਸਾਹਿਬ ਦਾ ਇਹ ਗ੍ਰੰਥ ਪੜ੍ਹ ਲੇ, ਉਹਨੂੰ ਕੱਲੇ ਕੱਲੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈ। ਜਿਵੇਂ ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ, ਫਿਰ ਸਮਝ ਲਓ ਵੀ 24 ਅਵਤਾਰਾਂ ਦੀ ਕਥਾ ਵਾਸਤੇ ਵੱਖੋ ਵੱਖਰੇ ਗ੍ਰੰਥ ਪੜ੍ਹਨੇ ਪੈਂਦੇ ਸੀ। ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਜਿਹੜੀ ਹੈ ਉਹ ਇੱਕੇ ਗ੍ਰੰਥ ਵਿੱਚ ਕਹਿ ਦਿੱਤੀ। ਤੇ ਇਹ ਨਾਲ ਹੀ ਮਹਾਰਾਜ ਸਾਹਿਬ ਨੇ ਉਹਨਾਂ ਦੀ ਅਸਲੀਅਤ ਵੀ ਉਜਾਗਰ ਕਰੀ ਗਏ, ਉਹਨਾਂ ਦੀ ਜਿਹੜੀ ਵਡਿਆਈ ਉਹਨਾਂ ਦੀ ਗ੍ਰੰਥਾਂ 'ਚ ਕਈ ਉਹ ਤਾਂ ਕੀਤੀ ਪਾਤਸ਼ਾਹ ਨੇ, ਪਰ ਨਾਲ ਨਾਲ ਉਹਨਾਂ ਦੀ ਅਸਲੀਅਤ ਜਿਹੜੀ ਸੀ ਉਹ ਵੀ ਉਜਾਗਰ ਕਰਦੇ ਰਹੇ। ਬੜੀ ਸੋਹਣੀ ਛੰਦਾਬੰਦੀ 'ਚ ਕਹਿੰਦੇ ਕਵਿਤਾ ਉਚਾਰ ਕੇ ਕ੍ਰਿਸ਼ਨਾ ਅਵਤਾਰ ਦੀ ਕਥਾ ਮਹਾਰਾਜ ਕਹਿੰਦੇ ਹਨ। ਤੇ ਕਲਗੀਧਰ ਮਹਾਰਾਜ ਸਾਹਿਬ ਜੀ ਰੁਚਿਰ ਰਾਸ ਮੰਡਲ ਬਹੁ ਬਰਨਿਓ, ਜਿਹੜੀ ਰਾਸ ਮੰਡਲ ਹੈ ਜਿਵੇਂ ਕ੍ਰਿਸ਼ਨ ਰਾਸ ਪਾਉਂਦੇ ਸਨ, ਉਹ ਸਾਰੀਆਂ ਰਾਸਾਂ ਦਾ ਜਿਹੜਾ ਮੰਡਲ ਦਾ ਬਹੁਤ ਢੰਗ ਨਾਲ ਵਰਣਨ ਕੀਤਾ ਹੈ। ਅਸਲ ਦੇ ਵਿੱਚ ਜਿਹੜੀਆਂ ਗੱਲਾਂ ਉਹ ਨਹੀਂ ਸੀ ਦੱਸਦੇ, ਮਹਾਰਾਜ ਨੇ ਉਹ ਚੰਗੀ ਤਰ੍ਹਾਂ ਖੋਲ੍ਹ ਕੇ ਦੱਸ ਦਿੱਤੀਆਂ ਵੀ ਰਾਸ ਪਾਉਂਦਿਆਂ ਇਹ ਕੀ ਕਰਤੂਤਾਂ ਕਰਦੇ ਰਹੇ। ਐਨ ਖੋਲ੍ਹ ਕੇ ਦਸਮ ਗ੍ਰੰਥ ਵਿੱਚ ਲਿਖਿਆ ਹੈ। ਤੇ ਐਸੀ ਸੋਹਣੀ ਮਹਾਰਾਜ ਜੀ ਨੇ ਬਾਣੀ ਉਚਾਰੀ, ਕਹਿੰਦੇ ਉਪਮਾਨੈ ਉਪਮੇਹ ਕਰਨਿਓ। ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਉਪਮਾਨ ਹੈ, ਉਪਮਾ ਹੈ, ਅਤੇ ਇਹ ਨਹੀਂ ਕਹਿ ਸਕਦੇ ਵੀ ਇਹ ਤੋਂ ਵੀ ਕੋਈ ਹੋਰ ਚੰਗੀ ਬਾਣੀ ਹੋਊਗੀ, ਤੇ ਨਾ ਹੀ ਇਸ ਦੇ ਬਰਾਬਰ ਦੀ ਕਿਸੇ ਨੂੰ ਕਹਿ ਸਕਦੇ ਹਾਂ। ਜਿਹੜੀ ਕਵਿਤਾ ਗੁਰੂ ਕਲਗੀਧਰ ਸਾਹਿਬ ਨੇ ਉਚਾਰ ਦਿੱਤੀ ਨਾ, ਵਿਦਵਾਨ ਜਦੋਂ ਪੜ੍ਹਦੇ ਨੇ ਤਾਂ ਆਸ਼ ਕਰ ਉੱਠਦੇ ਨੇ। ਕਵਿਤਾ ਦੇ ਜਿੰਨੇ ਗੁਣ ਹੁੰਦੇ ਨੇ ਉਹ ਸਾਰੇ ਗੁਣ ਕਲਗੀਧਰ ਵਿੱਚ ਨੇ, ਉਹ ਤੋਂ ਵੀ ਵਧੇਕ ਹਨ। ਅਤੇ ਫਿਰ ਕਥਾ ਦੇ ਵਿੱਚ ਉਪਮਾਨ ਹੈ ਉਪਮੇ, ਇੱਕ ਤਾਂ ਹੁੰਦੀ ਹੈ ਕੋਈ ਉਪਮਾ ਦੇਣੀ, ਇੱਕ ਹੁੰਦਾ ਵੀ ਜਿਹਨੂੰ ਉਪਮਾ ਦੇਣੀ। ਉਪਮਾ ਦੇਣੀ ਜਿਵੇਂ ਕਹਿ ਦੇਣਾ ਵੀ ਇਹ ਤੇ ਚੰਦਰਮਾ ਵਰਗਾ ਹੈ, ਇਹ ਤਾਂ ਹੋ ਗਈ ਉਪਮਾ ਵੀ ਚੰਦਰਮਾ ਦੇ ਨਾਲ ਉਪਮਾ ਦੇ ਦਿੱਤੀ। ਇੱਕ ਜਿਹਨੂੰ ਅੱਗੇ ਉਪਮਾ ਦੇ ਦੇਣੀ ਵੀ ਇਹ ਫਲਾਨਾ ਸਿੰਘ ਚੰਦਰਮਾ ਵਰਗਾ ਹੈ। ਇੱਦਾਂ ਮਹਾਰਾਜ ਸਾਹਿਬ ਜੀ ਨੇ ਕਈ ਉਪਮਾ ਦੇ ਅਤੇ ਕਈਆਂ ਨੂੰ ਉਪਮਾ ਦੇ ਕਰਕੇ ਛੰਦ ਬੜੇ ਸੋਹਣੇ ਉਚਾਰਨ ਕੀਤੇ ਹਨ। ਤੇ ਫਿਰ ਗੁਰੂ ਕਲਗੀਧਰ ਮਹਾਰਾਜ ਕੀ ਕਰਦੇ ਨੇ ਵੀ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰ ਲੈਂਦੇ ਨੇ, ਇਸ਼ਨਾਨ ਕਰਕੇ ਜਮਨਾ ਦੇ ਕੰਢੇ ਦੇ ਉੱਤੇ ਬੈਠ ਜਾਂਦੇ ਹਨ। ਤੇ ਜਿਹੜੀ ਪੱਥਰ ਦੀ ਸ਼ਿਲਾ ਤੇ 10ਵੇਂ ਪਾਤਸ਼ਾਹ ਬੈਠਦੇ ਨੇ, ਜਮਨਾ ਦਾ ਪਾਣੀ ਉਹਦੇ ਨਾਲ ਖਹਿ ਕੇ ਫੇਰ ਅੱਗੇ ਨੂੰ ਜਾਂਦਾ ਹੈ। ਜਦੋਂ ਖਹਿ ਕੇ ਜਾਂਦਾ ਇਹ ਤਾਂ ਮੱਠੇ ਮੱਠੇ ਪਾਣੀ ਦੇ ਜਿਹੜੇ ਛਿੱਟੇ ਹਨ ਬਰੀਕ ਰੂਪ ਦੇ ਵਿੱਚ, ਜਿਵੇਂ ਕੂਲਰ ਦੇ ਅੱਗੇ ਪਾਣੀ ਆਉਂਦਾ ਨਾ, ਇੱਦਾਂ
ਪਾਣੀ ਦੇ ਛਿੱਟੇ ਵੀ ਆ ਕੇ ਸਰੀਰ ਤੇ ਪੈਂਦੇ ਨੇ ਤੇ ਬੜਾ ਆਨੰਦਮਈ ਲੱਗਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਬਾਣੀ ਉਚਾਰਨ ਲੱਗ ਪੈਂਦੇ ਹਨ ਦਸਮ ਗ੍ਰੰਥ ਦੀ। ਅਤੇ ਜਿੰਨਾ ਚਿਰ ਇੱਕ ਪੈਰ ਦਿਨ ਨਹੀਂ ਨਾ ਚੜ੍ਹ ਆਉਂਦਾ, ਭਾਵ ਕਿ ਦਿਨ ਦੇ 9 ਨਹੀਂ ਵੱਜਦੇ, ਉਹਨਾਂ ਚਿਰ ਉੱਥੇ ਹੀ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਹਨ। ਇਕਾਂਤ ਵਿੱਚ ਮਹਾਰਾਜ ਕਲਗੀਧਰ ਸਾਹਿਬ ਜੀ ਬੈਠੇ ਰਹਿੰਦੇ ਹਨ ਤੇ ਬੜੀ ਸੋਹਣੀ ਗਿਰਾ, ਬੜੀ ਸੋਹਣੀ ਬਾਣੀ ਮਹਾਰਾਜ ਬਣਾਉਂਦੇ ਨੇ। ਅਕਾਲ ਉਸਤਤ ਵੀ ਇੱਥੇ ਮਹਾਰਾਜ ਨੇ ਰਚੀ, ਜਾਪ ਸਾਹਿਬ ਉਚਾਰਿਆ। ਅਕਾਲ ਉਸਤਤ ਪੜ੍ਹਦੇ ਉਚਾਰਨ ਕਰਦੇ ਆ, ਗੁਰੂ ਸਾਹਿਬ ਦੀ ਸਮਾਧੀ ਲੱਗ ਗਈ। ਜਦੋਂ ਤੁਹੀ ਕਹਿਣ ਲੱਗੇ ਨਾ, ਮਹਾਰਾਜ ਸਾਹਿਬ ਜਲੇ ਹਰੀ ਛਲੇ ਹਰੀ ਕਰਦੇ ਆ, ਫਿਰ ਤੁਹੀ ਦੀ ਆਵਾਜ਼ ਆਈ। ਤੁਹੀ ਕਰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੌਂਕੜਾ ਮਾਰਿਆ ਤੇ ਸਮਾਧੀ ਲੱਗ ਗਈ। ਭਾਈ ਮਨੀ ਸਿੰਘ ਜੀ ਲਿਖਦੇ ਗਏ ਤੁਹੀ। ਇਹ ਆਨੰਦ ਨਾਲ ਧੁਨੀ ਤੁਹੀ ਦੀ ਆਉਂਦੀ ਰਹੀ ਤੇ ਲਿਖਾਰੀ ਲਿਖਦਾ ਰਿਹਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਖਿਆਲ ਆਇਆ ਵੀ ਸਮਾਧੀ 'ਚ ਲੀਨ ਹੋਇਆ ਗੱਲ ਨਹੀਂ ਬਣਨੀ, ਬਾਣੀ ਹੋਰ ਬੜੀ ਲਿਖਾਉਣੀ ਹੈ, ਸਮਾਧੀ 'ਚ ਉੱਠੇ। ਸਾਹਿਬ ਜੀ ਕਹਿੰਦੇ ਵੀ ਆ ਜੋ ਅਸੀਂ ਤੁਹੀ ਉਚਾਰਿਆ ਤੁਸੀਂ ਲਿਖਤਾ? ਕਹਿੰਦੇ ਹਾਂ। ਸਾਹਿਬ ਕਹਿੰਦੇ ਵੀ ਕਿੰਨੀ ਵਾਰਾਂ ਗਿਣਿਆ? ਉਦੋਂ 16,000 ਵਾਰਾਂ ਗਿਣਤੀ ਹੋਈ। ਕਹਿੰਦੇ ਇਉਂ ਕਰੋ ਵੀ 16,000 ਵਾਰਾਂ ਜਦੋਂ ਕੋਈ ਪਾਠਕ ਪੜ੍ਹੂਗਾ ਨਾ, ਉਹਦੇ ਕੋਲ ਪੜ੍ਹਨਾ ਔਖਾ ਹੋ ਜਾਊਗਾ ਤੁਹੀ। ਕਹਿੰਦੇ ਵੀ 16 ਵਾਰਾਂ ਰਹਿਣ ਦਿਓ ਕੇਵਲ, ਮਹਾਤਮ ਓਨਾ ਹੀ ਲੱਗੇਗਾ ਪੜ੍ਹਨ ਵਾਲੇ ਨੂੰ। ਫਿਰ ਉਹ ਸਤਿਗੁਰੂ ਮਹਾਰਾਜ ਨੇ 16 ਵਾਰਾਂ ਰਹਿਣ ਦਿੱਤਾ। ਫਿਰ ਅਕਾਲ ਉਸਤਤ ਦੀ ਬਾਣੀ ਉਚਾਰਦੇ ਨੇ। ਜਿਹੜੇ ਸਵਈਏ ਤੁਸੀਂ ਪੜ੍ਹਦੇ ਹੋ ਅੰਮ੍ਰਿਤ ਵੇਲੇ, ਸ਼ਰਾਵਕ ਸੁਧ ਸਮੂਹ ਸੁਧਾਨ ਕੇ ਵਾਲੇ, ਇਹ ਸਵਈਏ ਵੀ ਅਕਾਲ ਉਸਤਤ ਦਾ ਹੀ ਇੱਕ ਹਿੱਸਾ ਹੈ। ਫਿਰ ਦੀਨਨ ਕੀ ਪ੍ਰਤਪਾਲ ਕਰੈ ਨਿਤ ਵਾਲੇ ਜਿਹੜੇ ਸਵਈਏ ਹਨ, ਇਹ ਵੀ ਅਕਾਲ ਉਸਤਤ ਬਾਣੀ ਦਾ ਇੱਕ ਹਿੱਸਾ ਹੀ ਹੈ। ਸੋ ਇਸ ਪ੍ਰਕਾਰ ਦੇ ਨਾਲ ਅਕਾਲ ਉਸਤਤ ਬਾਣੀ ਸਤਿਗੁਰੂ ਉਚਾਰਦੇ ਹਨ। ਜਾਪ ਸਾਹਿਬ ਦੀ ਬਾਣੀ ਦੇ ਪ੍ਰਵਾਹ ਚੱਲਦੇ ਨੇ। 24 ਅਵਤਾਰਾਂ ਦੀ ਕਥਾ ਕਹੀ ਹੈ। ਰਾਮਾ ਅਵਤਾਰ ਰਮਾਇਣ ਵਾਲਮੀਕ ਜੀ ਨੇ ਬਹੁਤ ਵੱਡੀ ਲਿਖੀ। ਮਹਾਰਾਜ ਨੇ 47 ਕੰਗਾਂ ਦੇ ਵਿੱਚ ਸਾਰਾ ਨਿਚੋੜ ਕੱਢ ਕੇ ਲਿਖ ਦਿੱਤਾ। ਲਿਖ ਸਾਰਾ ਕੁਝ ਹੀ ਦਿੱਤਾ, ਪਰ ਮਹਾਰਾਜ ਨੇ ਇਹਨੂੰ ਸੰਖੇਪ ਕਰਕੇ ਲਿਖ ਦਿੱਤਾ। ਸੋ ਇਸ ਤਰ੍ਹਾਂ ਬਹੁਤ ਸੋਹਣੀ ਬਾਣੀ ਮਹਾਰਾਜ ਇਕਾਂਤ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਉਚਾਰਦੇ ਹਨ। ਤੇ ਜਿੰਨਾ ਚਿਰ ਮਹਾਰਾਜ ਬਾਣੀ ਉਚਾਰਦੇ ਨੇ, ਕਿਸੇ ਵੀ ਸਿੱਖ ਸੇਵਕ ਨੂੰ ਦਰਸ਼ਨ ਨਹੀਂ ਹੁੰਦੇ, ਨੇੜੇ ਨਹੀਂ ਕੋਈ ਆ ਸਕਦਾ। ਸਾਰੇ ਗੁਰੂ ਕਲਗੀਧਰ ਮਹਾਰਾਜ ਤੋਂ ਦੂਰ ਹੀ ਬੈਠੇ ਹੋਏ, ਉੱਥੋਂ ਹੀ ਮਹਾਰਾਜ ਸਾਹਿਬ ਦੀ ਉਡੀਕ ਕਰਦੇ ਵੀ ਕਦੋਂ ਉੱਠਣ। ਨੇੜੇ ਆਉਣ ਦੀ ਕਿਸੇ ਨੂੰ ਆਗਿਆ ਨਹੀਂ, ਪਹਿਰੇਦਾਰ ਵੀ ਰੋਕ ਕੇ ਰੱਖਦੇ ਹਨ। ਆਪਣੇ ਮਨ ਨੂੰ ਐਨ ਇਕਾਗਰ ਕਰਕੇ ਸ੍ਰੇਸ਼ਟ ਬਾਣੀ ਗੁਰੂ ਕਲਗੀਧਰ ਮਹਾਰਾਜ ਜੀ ਰਚ ਰਹੇ ਨੇ। ਤੇ ਕ੍ਰਿਸ਼ਨ ਆਦਿਕ ਨੇ ਜਿਵੇਂ ਬਿਲਾਸ ਕੀਤੇ ਹਨ, ਕ੍ਰਿਸ਼ਨ ਅਵਤਾਰ ਹੋਰ ਰਾਮਾ ਅਵਤਾਰ, ਉਹ ਸਾਰੇ ਅਸਲ ਵਿਧੀ ਪੂਰਵਕ ਸੰਕਲਪ ਕਰਦੇ ਭਾਵ ਰਚਦੇ ਹਨ। ਫਿਰ ਇਸੇ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਇਸੇ ਜਮਨਾ ਦੇ ਕੰਢੇ ਦੇ ਉੱਤੇ ਕਹਿੰਦੇ ਜਿਸ ਕ੍ਰਿਸ਼ਨ ਜੀ ਨੇ ਰਾਧਿਕਾ ਤੇ ਹੋਰ ਗੋਪੀਆਂ ਦੇ ਨਾਲ ਜੋ ਖੇਡਾਂ ਕੀਤੀਆਂ, ਉਹਨਾਂ ਨਾਲ ਮਿਲ ਜਿਵੇਂ ਆਨੰਦ ਕੀਤਾ, ਮਹਾਰਾਜ ਨੇ ਸਾਰਾ ਹੀ ਖੋਲ ਕੇ ਲਿਖ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਬੜਾ ਪ੍ਰੇਮ ਲਾ ਕਰਕੇ ਤੇ ਕਵਿਤਾ ਉਚਾਰਨ ਕਰਦੇ ਹਨ। ਫਿਰ ਜਿਹੜੀਆਂ ਤੁਕਾਂ ਬਣਾਉਂਦੇ ਨੇ ਨਾ ਦਸਮ ਗ੍ਰੰਥ ਦੀਆਂ, ਉਹ ਤੁਕਾਂ ਦੇ ਵਿੱਚ 35 ਦੇ 35 ਅੱਖਰ ਹੀ ਮਹਾਰਾਜ ਜੀ ਇਕੱਠੇ ਹੀ ਪਾ ਦਿੰਦੇ ਹਨ, ਭਾਵ ਸਾਰੇ ਅੱਖਰਾਂ ਦੀ ਵਰਤੋਂ ਕਰਦੇ ਨੇ। ਜਿਵੇਂ ਕ੍ਰਿਸ਼ਨ ਅਵਤਾਰ ਵਿੱਚ ਜਾ ਕੇ ਤੁਕਾਂ ਆਉਂਦੀਆਂ, ਉਹ ਕੱਕੇ ਅੱਖਰ ਤੋਂ ਸ਼ੁਰੂ ਕਰਦੇ ਨੇ ਤੇ ੜਾੜੇ ਤੀਕਰ ਮਹਾਰਾਜ ਸਾਹਿਬ ਜੀ ਉਹ ਬਾਣੀ ਸਾਰੇ ਹੀ ਅੱਖਰ ਵਰਤ ਕੇ ਉਚਾਰ ਦਿੰਦੇ ਹਨ। ਸੋ ਇਸ ਤਰ੍ਹਾਂ ਜੋ ਵੀ ਅੱਖਰ ਨੇ ਕਰਮ ਦੇ ਅਨੁਸਾਰ 35 ਦੇ 35 ਅੱਖਰ ਜਿਹੜੇ ਹਨ ਊੜੇ ਤੋਂ ੜਾੜੇ ਤੀਕਰ ਕਲਗੀਧਰ ਸਾਹਿਬ ਨੇ ਕਰਮਵਾਰ ਪਾ ਕੇ ਕਵਿਤਾ ਉਚਾਰੀ। ਇਹ ਇੱਕ ਬਹੁਤ ਵੱਡਾ ਵਿਦਵਾਨ ਹੀ ਪੁਰਖ ਇੱਦਾਂ ਕਰ ਸਕਦਾ ਹੈ ਵੀ ਹਰ ਅੱਖਰ ਦੇ ਉੱਤੇ ਅੱਗੇ ਤੋਂ ਅੱਗੇ ਰਵਾਨਗੀ ਲਿਆਉਣੀ ਕਵਿਤਾ ਦੀ।
ਹਾਂ ਫਿਰ ਪਾਏ ਸਵਈਨ ਕੇ ਜੁਤ ਕਰਾਂਤ। ਸਵਈਏ ਮਹਾਰਾਜ ਸਾਹਿਬ ਜੀ ਨੇ ਰਚੇ ਜਿਹੜੇ ਬੜੀ ਕ੍ਰਾਂਤੀ ਦੇ ਸਹਿਤ ਹੈ। ਜਿਹੜਾ ਸਵਈਆ ਪੜ੍ਹਦਾ ਹੈ, ਸਵਈਏ ਪੜ੍ਹਦਾ ਹੈ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ, ਉਹਦੇ ਰੋਂਗਟੇ ਖੜੇ ਹੁੰਦੇ ਨੇ, ਉਹਦੇ ਅੰਦਰ ਵੀਰ ਰਸ ਪੈਦਾ ਹੁੰਦਾ ਏ, ਉਹਦੇ ਅੰਦਰ ਰੱਬ ਦੀ ਮਹਿਮਾ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਏ। ਐਸੇ ਸਵਈਏ ਛੰਦ ਮਹਾਰਾਜ ਨੇ ਰਚੇ ਹਨ। ਕਵੀ ਸੰਤੋਖ ਸਿੰਘ ਜੀ ਨੇ ਇਹ ਗੱਲ ਨੂੰ ਸੰਕੋਚਦਿਆਂ ਕਹਿ ਦਿੱਤਾ ਵੀ ਜਿਹੜੇ ਸਿਆਣੇ ਗੁਰੂ ਗ੍ਰੰਥ ਦਸਮ ਗ੍ਰੰਥ ਦੀ ਬਾਣੀ ਪੜ੍ਹਨ ਵਾਲੇ ਨੇ ਨਾ, ਉਹ ਕਹਿੰਦੇ ਸਾਰੀ ਗੱਲ ਚੰਗੀ ਤਰ੍ਹਾਂ ਜਾਣਦੇ ਹੀ ਹਨ ਵੀ ਗੁਰੂ ਕਲਗੀਧਰ ਮਹਾਰਾਜ ਨੇ ਕਵਿਤਾ ਦੀ ਸਿਖਰ ਕਰ ਦਿੱਤੀ। ਕਹਿੰਦੇ ਇਹ ਤੋਂ ਪਰੇ ਕੋਈ ਕਵਿਤਾ ਹੋ ਨਹੀਂ ਸਕਦੀ, ਇਹ ਤੋਂ ਪਰੇ ਕੋਈ ਵਡਿਆਈ ਹੋ ਨਹੀਂ ਸਕਦੀ। ਇਹ ਤੇ ਆਦਿਕ ਬੜੀ ਚਤੁਰਾਈ, ਬੜੀ ਚੁਸਤੀ, ਬੜੀ ਕਵਿਤਾ ਦੀ ਸਿਆਣਪ ਦੇ ਨਾਲ ਗੁਰੂ ਕਲਗੀਧਰ ਸਾਹਿਬ ਜੀ ਨੇ ਬਾਣੀਆਂ ਜਮਨਾ ਦੇ ਕੰਢੇ ਪਾਉਂਟਾ ਸਾਹਿਬ ਉਚਾਰੀਆਂ ਹਨ। ਸੋਹਣੀ ਕਵਿਤਾ ਕਰ ਕਰਕੇ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਪਾਈ ਹੈ। ਹੁਣ ਇੱਥੇ ਵੇਖੋ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗੁਰੂ ਕਾਲ ਦਾ ਇਤਿਹਾਸ ਜਿੰਨਾ ਵੀ ਹੈ ਨਾ, ਜੇ ਮੰਨ ਲਓ ਵੀ ਸਤਿਗੁਰੂ ਦਾ ਇਤਿਹਾਸ ਸਾਰਾ 100 ਰੁਪਈਏ ਹੈ ਤਾਂ ਉਹਦੇ ਵਿੱਚੋਂ 80 ਰੁਪਈਏ ਇਤਿਹਾਸ ਇਕੱਲਾ ਕਵੀ ਸੰਤੋਖ ਸਿੰਘ ਜੀ ਨੇ ਕਿਹਾ ਹੈ। ਭਾਵ ਜ਼ਿਆਦਾ ਇਤਿਹਾਸ ਕਵੀ ਜੀ ਨੇ ਕਿਹਾ ਹੈ, ਜਿਵੇਂ ਪਰਸੈਂਟੇਜ ਕਹਿ ਦਿੰਦੇ ਆ ਨਾ, 80% ਇਤਿਹਾਸ ਭਾਈ ਸੰਤੋਖ ਸਿੰਘ ਨੇ ਕਿਹਾ ਹੈ। ਤੇ ਇੱਥੇ ਉਹਨਾਂ ਸਿੱਧਾ ਹੁਣ ਦੱਸ ਦਿੱਤਾ ਹੈ ਵੀ ਗੁਰੂ ਕਲਗੀਧਰ ਸਾਹਿਬ ਨੇ ਪਾਉਂਟਾ ਸਾਹਿਬ ਦੀ ਧਰਤੀ ਜਮਨਾ ਦੇ ਕੰਢੇ ਅੰਮ੍ਰਿਤ ਵੇਲੇ ਕਹਿੰਦੇ ਆਨੰਦ ਦੇ ਵਿੱਚ ਲੀਨ ਹੋਇਆ ਨੇ, ਦਸਮ ਗ੍ਰੰਥ ਦੀ ਬਾਣੀ ਉਚਾਰੀ, ਕ੍ਰਿਸ਼ਨਾ ਅਵਤਾਰ ਤੋਂ ਸਮੇਤ 24 ਅਵਤਾਰਾਂ ਦੀ ਕਥਾ ਕਹੀ, ਜਾਪ ਸਾਹਿਬ ਉਚਾਰਨ ਕੀਤਾ ਅਤੇ ਅਕਾਲ ਉਸਤਤ ਮਹਾਰਾਜ ਸਾਹਿਬ ਜੀ ਨੇ ਉਚਾਰੀ। ਤੇ ਦਸਮ ਗ੍ਰੰਥ ਦੀ ਗਵਾਹੀ ਭਾਈ ਸੰਤੋਖ ਸਿੰਘ ਜੀ ਇੱਥੇ ਦੇ ਰਹੇ ਨੇ। ਕਈ ਨਾ ਸ਼ੁਕਰੇ, ਕਈ ਨਿੰਦਕ ਜੇ ਕਹਿਣਗੇ ਵੀ ਕਿੱਥੇ ਲਿਖਿਆ ਹੈ, 200 ਸਾਲ ਪੁਰਾਣਾ ਗ੍ਰੰਥ ਹੈ। 120 ਸਾਲ ਪਹਿਲਾਂ ਭਾਈ ਵੀਰ ਸਿੰਘ ਨੇ ਇਹਦੀ ਸੁਧਾਈ ਕੀਤੀ। 2 ਵੱਡੇ ਵਿਦਵਾਨਾਂ ਦੇ ਹੱਥਾਂ 'ਚੋਂ ਗ੍ਰੰਥ ਆਇਆ। ਭਾਈ ਸੰਤੋਖ ਸਿੰਘ ਜੀ ਨੇ ਲਿਖ ਦਿੱਤਾ। ਜਿਹੜੀ ਕੋਈ ਗੱਲ ਦਾ ਫਰਕ ਹੋਵੇ ਤੇ ਭਾਈ ਵੀਰ ਸਿੰਘ ਉੱਤੇ ਫੁੱਟਨੋਟ ਲਿਖ ਦਿੰਦੇ ਹੇਠਾਂ ਵੀ ਆਹ ਗੱਲ ਫਰਕ ਲੱਗਦਾ, ਪਰ ਇੱਥੇ ਉਹਨਾਂ ਨੇ ਲਿਖਿਆ ਨਹੀਂ। ਜੇ ਉਹਨਾਂ ਨੂੰ ਲੱਗਦਾ ਹੁੰਦਾ ਨਾ ਵੀ ਇਹ ਬਾਣੀ ਗੁਰਾਂ ਦੀ ਨਹੀਂ ਹੈ। ਭਾਈ ਵੀਰ ਸਿੰਘ ਇਹਨਾਂ ਵਰਗਾ ਵਿਦਵਾਨ ਕੋਈ ਨਹੀਂ ਤੇ ਭਾਈ ਸੰਤੋਖ ਸਿੰਘ ਇਹਨਾਂ ਵਰਗਾ ਵਿਦਵਾਨ ਕੋਈ ਨਹੀਂ। ਦੋਵੇਂ ਵਿਦਵਾਨਾਂ ਨੇ ਇੱਥੇ ਹਾਮੀ ਭਰੀ ਹੈ ਵੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਦਸਮ ਗ੍ਰੰਥ ਦੀ ਕਥਾ ਉਚਾਰਦੇ ਰਹੇ, ਬਾਣੀ ਉਚਾਰਦੇ ਰਹੇ। ਸੋ ਇਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਬਹੁਤ ਢੰਗ ਤਰੀਕੇ ਦੀ ਕਵਿਤਾ ਉਚਾਰਦੇ ਨੇ। ਜਲ ਖਸ ਚਲੈ ਸਿਲਾ ਕੇ ਸਾਥ, ਜਿਹੜੀ ਪੱਥਰ ਦੀ ਸਿਲਾ ਤੇ ਮਹਾਰਾਜ ਜਮਨਾ ਕੰਢੇ ਬੈਠੇ ਨੇ, ਪਾਣੀ ਜਿਹੜਾ ਹੈ ਉਹਦੇ ਨਾਲ ਖਹਿ ਕੇ ਅੱਗੇ ਨੂੰ ਲੰਘਦਾ ਹੈ। ਉਸ ਪੱਥਰ ਦੀ ਸਿਲਾ ਦੇ ਉੱਤੇ ਜਗਤ ਦੇ ਮਾਲਕ ਸ਼੍ਰੋਮਣੀ ਸਤਿਗੁਰੂ ਕਲਗੀਧਰ ਮਹਾਰਾਜ ਜੀ ਬਿਰਾਜਮਾਨ ਹੁੰਦੇ ਹਨ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਕੱਤੇ ਦਾ ਮਹੀਨਾ ਸਰਦ ਰੁੱਤ ਦਾ ਸਮਾਂ ਆ ਗਿਆ। ਚੜ੍ਹੈ ਅਖੇਰ ਕਬਹੈ ਹੋਏ ਚਿਤ ਮੈਂ, ਜਦੋਂ ਮਹਾਰਾਜ ਦਾ ਚਿੱਤ ਕਰਦਾ ਤੇ ਸ਼ਿਕਾਰ ਖੇਡਣ ਗੁਰੂ ਕਲਗੀਧਰ ਸਾਹਿਬ ਜੀ ਨਗਾਰੇ ਵਜਾਉਂਦਿਆਂ, ਝੌਂਸੇ ਵਜਾਉਂਦਿਆਂ ਚੜ੍ਹ ਜਾਂਦੇ ਹਨ। ਬਹੁਤੇ ਸਿੱਖਾਂ ਨੂੰ, ਮਸੰਦਾਂ ਨੂੰ ਆਪਣੇ ਨਾਲ ਸਤਿਗੁਰੂ ਸਾਹਿਬ ਜੀ ਲੈ ਲੈਂਦੇ ਹਨ। ਸੋ ਇਹ ਕੱਤਕ ਦਾ ਜਦੋਂ ਮਹੀਨਾ ਆਇਆ ਤਾਂ ਸਤਿਗੁਰਾਂ ਵਿਚਾਰਿਆ ਵੀ ਇੱਥੋਂ ਨੇੜੇ ਹੀ ਪਾਉਂਟਾ ਸਾਹਿਬ ਤੋਂ ਕਪਾਲ ਮੋਚਨ ਤੀਰਥ ਹੈ, ਇਸ ਵਾਰਾਂ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਪੁਰਬ ਉੱਥੇ ਮਨਾਇਆ ਜਾਵੇ। ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਭਾਵਨਾ ਰੱਖੀ, ਬਹੁਤ ਸੰਗਤ ਇਕੱਠੀ ਹੋਈ ਪਾਉਂਟਾ ਸਾਹਿਬ, ਬੜੇ ਮਸੰਦ ਨੇ। ਉਹਨਾਂ ਨੂੰ ਵੀ ਕਹਿੰਦੇ ਵੀ ਸਾਰੇ ਚਲੋ ਆਪਾਂ ਕਪਾਲ ਮੋਚਨ ਤੀਰਥ 'ਤੇ ਚੱਲਦੇ ਹਾਂ। ਤੇ ਜਿਹੜੇ ਨਾਲ ਸਿੱਖ ਖੜਨੇ ਸੀ ਉਹਨਾਂ ਨੂੰ ਮਹਾਰਾਜ ਨੇ ਸਿਰਪਾਓ ਦੇਣੇ ਸਨ, ਜਿਸ ਕਰਕੇ ਪਹਿਲਾਂ ਹੀ ਜਿਹੜੇ ਮੁਖੀ ਮਸੰਦ ਸੀ ਉਹਨਾਂ ਨੂੰ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸੰਗਤ ਕਾਫੀ ਜੁੜ ਗਈ ਹੈ। ਕਪਾਲ ਮੋਚਨ ਦਾ ਜਦੋਂ ਆਪਾਂ ਜੋੜ ਮੇਲਾ ਮਨਾਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਸਨਮਾਨਿਤ ਕਰਨਾ ਹੈ।
ਇਹ ਸਾਰਿਆਂ ਨੂੰ ਜਿਹੜੇ ਮੁਖੀ ਸਨ ਜਥਿਆਂ ਦੇ ਵਿੱਚ ਉਹਨਾਂ ਨੂੰ ਸਰਬ ਪਾਓ ਦੇਣ ਦੇ ਲਈ ਗੁਰੂ ਸਾਹਿਬ ਜੀ ਨੇ ਮੰਗਵਾਏ। ਨੰਦ ਚੰਦ ਨੂੰ ਕਹਿੰਦੇ ਵੀ ਸਰੋਪਿਆਂ ਦਾ ਪ੍ਰਬੰਧ ਕਰੋ। ਸਰੋਪਿਆਂ ਦਾ ਪ੍ਰਬੰਧ ਭਾਵ 2.5 ਮੀਟਰ ਦਾ ਕੱਪੜਾ ਨਹੀਂ, ਸਿਰ ਤੋਂ ਲੈ ਕੇ ਪੈਰਾਂ ਤੀਕਰ ਨੰਗੇਜ ਢੱਕਣ ਵਾਲੇ ਬਸਤਰ ਨੂੰ ਸਰਪਾਓ ਕਹਿੰਦੇ ਨੇ। ਮੁੱਲ ਖਰੀਦਣ ਵਾਸਤੇ ਮਹਾਰਾਜ ਨੇ ਬੜੇ ਸੇਵਕ ਨੇੜੇ ਨੇੜੇ ਜਿਹੜੇ ਕੋਈ ਨਗਰ ਉਧਰ ਨੂੰ ਭੇਜੇ ਹਨ। ਆ ਜਿਹੜੇ ਜਿਹੜੇ ਨੇੜੇ ਕੋਈ ਨਗਰ ਕੋਈ ਸ਼ਹਿਰ ਵਸਦੇ ਜਿਨ੍ਹਾਂ ਦਾ ਪਤਾ ਲੱਗਾ ਉੱਥੇ ਬਜਾਜੀਆਂ ਦੀ ਹੱਡੀ ਤੋਂ ਜਲਾਹਿਆਂ ਦੀ ਖੱਡੀ ਤੋਂ ਪੱਗਾਂ ਖਰੀਦਣ ਵਾਸਤੇ ਸੇਵਕ ਗਏ ਹਨ। ਆ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਭਨ ਵਿਖੇ ਗਨ ਮਨੁੱਜ ਪਿਆਨੇ, ਸਭ ਨਗਰਾਂ ਦੇ ਵਿੱਚ ਬਹੁਤੇ ਬਹੁਤੇ ਸਿੱਖਾਂ ਨੂੰ ਭੇਜਿਆ ਹੈ ਵੀ ਕੱਲੇ ਕੱਲੇ ਲੱਭ ਕੇ ਲਿਆਓ ਸਰੋਪੇ। ਜਿਵੇਂ ਬੂੜੀਆ ਨਗਰ ਹੈ ਨੇੜੇ ਹੀ ਨੇ, ਜਿਵੇਂ ਇੱਕ ਸੰਢੌਰਾ ਨਗਰ ਹੈ। ਬੂੜੀਆ ਨਗਰ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਸਾਰੀ ਕਥਾ ਗੁਰੂ ਨਾਨਕ ਸਾਹਿਬ ਦੀ ਇੱਥੇ ਲਿਖੀ ਹੈ ਬੂੜੀਆ ਨਗਰ। ਅਤੇ ਫਿਰ ਸੰਢੌਰਾ ਨਗਰ ਜਿੱਥੋਂ ਪੀਰ ਬੁੱਧੂ ਸ਼ਾਹ ਆਇਆ ਮਹਾਰਾਜ ਦੀ ਸ਼ਰਨ, ਇਹ ਨੇੜੇ ਨੇੜੇ ਜਿਹੜੇ ਕੋਈ ਸ਼ਹਿਰ ਵਸਦੇ ਸਨ। ਇਤਿਆਦਿਕ ਇਹਨਾਂ ਸਭ ਥਾਵਾਂ ਤੇ ਗੁਰਾਂ ਦੇ ਭੇਜੇ ਹੋਏ ਸਿੱਖ ਸੇਵਕ ਪਹੁੰਚੇ ਹਨ ਸਰੋਪਾਓ ਲੈਣ ਦੇ ਲਈ। ਬੜੀ ਭਾਲ ਕੀਤੀ ਪਰ 100 ਫਿਰ ਕਰਦਿਆਂ 200 ਪੱਗਾਂ ਦਾ ਕੱਪੜਾ ਹੀ ਪ੍ਰਾਪਤ ਹੋਇਆ, ਕਿਉਂਕਿ ਉਦੋਂ ਕਿਹੜੀਆਂ ਮਿੱਲਾਂ ਲੱਗੀਆਂ ਹੁੰਦੀਆਂ ਸਨ। ਸਹਿਜੇ ਕੱਪੜਾ ਬੁਣਿਆ ਜਾਂਦਾ ਸੀ। ਉਹ ਜਾਂ ਤਾਂ ਫਿਰ ਜਲਾਹੇ ਦੇ ਕੋਲੋਂ ਜਿਹਦੀ ਖੱਡੀ ਹੋਵੇ ਉੱਥੋਂ ਮਿਲਣਾ, ਤੇ ਜਾਂ ਬਜਾਜੀਏ ਦੀ ਹੱਡੀ ਤੋਂ, ਵੀ ਕੋਈ ਬਹੁਤਾ ਕੱਪੜੇ ਦਾ ਕੋਈ ਵਪਾਰ ਨਹੀਂ ਸੀ ਹੁੰਦਾ। ਬੜੀ ਮਿਹਨਤ ਕੀਤੀ ਪਰ 200 ਹੀ ਦਸਤਾਰਾਂ ਦਾ ਕੱਪੜਾ ਪ੍ਰਾਪਤ ਹੋਇਆ। ਅਤੇ ਹੋਰ ਵੀ ਕਹਿੰਦੇ ਵੀ ਯਤਨ ਤਾਂ ਬੜੇ ਕੀਤੇ ਪ੍ਰਾਪਤ ਕਰਨ ਦੇ ਲਈ, ਖੋਜ ਬੜਾ ਕੀਤੀ। ਜਿੱਥੇ ਕੋਈ 10 ਪਾਉਂਦਾ ਹੈ ਸਿੱਖ ਉੱਥੇ ਹੀ ਚਲੇ ਜਾਂਦੇ ਹਨ। ਜਿੱਥੇ ਕਿੱਥੇ ਮਹਾਰਾਜ ਦੇ ਸੇਵਕ ਸਿੱਖ ਗਏ ਸੀ 200 ਕੁ ਪੱਗਾਂ ਲੈ ਕਰਕੇ ਵਾਪਸ ਆ ਗਏ। ਜਿੰਨੀਆਂ ਕੁ ਦਸਤਾਰਾਂ ਸਨ ਉਹ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਪਾਸ ਪਹੁੰਚ ਗਏ। ਜਿਹੜਾ ਕੰਮ ਸੀ ਚਾਹੀਦੀ 1000 ਕੁ ਦਸਤਾਰ ਚਾਹੀਦੀ ਸੀ, ਪਰ ਸਾਰਾ ਕਾਰਜ ਸਵਰਿਆ ਨਹੀਂ, ਕੇਵਲ 200 ਦਸਤਾਰਾਂ ਮਿਲੀਆਂ। ਇੱਦਾਂ ਆ ਕੇ ਖਜ਼ਾਨੇ 'ਚ ਜਮ੍ਹਾਂ ਹੋ ਗਈਆਂ। ਕਲਗੀਧਰ ਮਹਾਰਾਜ ਸ਼ਿਕਾਰ ਦਾ ਬਹਾਨਾ ਬਣਾ ਕੇ ਸ਼ਿਕਾਰ ਖੇਡਦਿਆਂ ਹੋਇਆਂ ਕਪਾਲ ਮੋਚਨ ਤੀਰਥ ਵੱਲ ਨੂੰ ਸਤਿਗੁਰੂ ਜੀ ਚੜ੍ਹ ਪਏ। ਨਾਲ ਸਾਹਿਬਾਂ ਦੇ ਹੋਰ ਵੀ ਸੇਵਕ ਨੇ। ਇੱਕ ਗ੍ਰੰਥ ਦੇ ਵਿੱਚ ਲਿਖਿਆ ਵੀ 754 ਜਿਹੜੇ ਨਾਲ ਮਹਾਰਾਜ ਸਾਹਿਬ ਦੇ ਇੱਥੋਂ ਸੇਵਕ ਗਏ ਨੇ, ਪਰ ਵਧੀਕ ਗਏ ਸਨ। 754 ਤਾਂ ਉਹ ਜਿਹੜੇ ਕੋਈ ਬਾਹਰੋਂ ਆਏ ਮੁਖੀ ਵਧੀਕ ਮਹਾਰਾਜ ਦੇ ਸੂਰਮੇ, ਮਹਾਰਾਜ ਦੇ ਸਿੱਖ ਸੇਵਕ। ਕਿਉਂਕਿ ਕਲਗੀਧਰ ਨੇ ਕਿਹਾ ਸੀ ਵੀ ਐਤਕੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਪਾਂ ਕਪਾਲ ਮੋਚਨ ਮਨਾਉਣਾ ਹੈ। ਉੱਥੇ ਪਹਿਲਾਂ ਵੀ ਜਿਹੜੇ ਉਸ ਇਲਾਕੇ ਦੇ ਲੋਕ ਸੀ ਉਹ ਮਨਾਉਂਦੇ ਸਨ ਦਿਹਾੜਾ ਕਪਾਲ ਮੋਚਨ ਤੀਰਥ 'ਤੇ ਆ ਕੇ। ਕਲਗੀਧਰ ਸਾਹਿਬ ਵੀ ਉਸ ਭਾਵਨਾ ਦੇ ਨਾਲ ਸਿੱਖ ਸੇਵਕਾਂ ਨੂੰ ਲੈ ਸ਼ਿਕਾਰ ਖੇਡਦੇ ਹੋਏ ਦੂਣ ਦੇ ਇਲਾਕੇ ਨੂੰ ਚੱਲੇ ਨੇ। ਦੂਣ ਜਿਵੇਂ ਪਹਿਲਾਂ ਵੀ ਦੱਸਿਆ ਵੀ ਪਹਾੜਾਂ ਦੇ ਵਿਚਲਾ ਜਿਹੜਾ ਪੱਧਰਾ ਜਿਹਾ ਥਾਂ ਹੁੰਦਾ ਉਹ ਦੂਣ ਕਹਿੰਦੇ ਨੇ, ਤੇ ਦੂਣ ਵਿੱਚ ਮਹਾਰਾਜ ਗਏ ਹਨ। ਤੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਵਹਿਰ ਗਿਰਨ ਤੇ ਪਹਾੜਾਂ ਤੋਂ ਬਾਹਰ ਸੋਹਣਾ ਜਿੱਥੇ ਥਾਂ ਲਾ ਕੇ ਵੇਖਿਆ ਹੈ, ਉਹ ਹੁਣ ਵੀ ਜਿਹਨੇ ਦਰਸ਼ਨ ਕੀਤੇ ਹੁਣ ਕਪਾਲ ਮੋਚਨ ਤੇ ਪਾਉਂਟਾ ਸਾਹਿਬ ਦੇ ਵਿਚਕਾਰ ਇੱਕ ਪਹਾੜ ਆਉਂਦਾ ਹੈ ਜਿੱਥੇ ਬਾਬਾ ਬੰਦਾ ਸਿੰਘ ਜੀ ਨੇ ਵੀ ਖਾਲਸੇ ਦੀ ਪਹਿਲੀ ਰਾਜਧਾਨੀ ਕਾਇਮ ਕੀਤੀ। ਉੱਚੇ ਪਹਾੜ ਦੇ ਉੱਤੇ ਹੈ, ਉੱਥੇ ਨਿਸ਼ਾਨ ਸਾਹਿਬ ਲੱਗਾ ਏ। ਤੇ ਉਸ ਥਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਹਾੜ ਦੇ ਹੇਠਾਂ ਅਸਥਾਨ ਬਣਾਇਆ ਏ। ਉਹ ਖਾਲਸਾ ਰਾਜ ਦੀ ਰਾਜਧਾਨੀ ਦੀ ਯਾਦ ਵਿੱਚ ਬੁੱਢੇ ਦਲ ਦਾ ਪੜਾਅ ਉੱਥੇ ਉਹ ਪਹਾੜੀ ਦੇ ਲਾਗੇ ਹੀ, ਉਹ ਜ਼ਿਆਦਾ ਪੁਰਾਣਾ ਹੈ। ਸਰਕਾਰ ਨੇ ਵੀ ਇੱਕ ਉੱਥੇ ਅਸਥਾਨ ਬਣਾਇਆ ਹੋਇਆ ਏ, ਤੇ ਪਹਾੜੀ ਦੇ ਉੱਤੇ ਵੀ ਅਸਥਾਨ ਜਿਹੜਾ ਏ ਉਹ ਬਣਨਾ ਆਰੰਭ ਹੋਇਆ ਏ। ਉੱਥੇ ਕਾਫੀ ਧਰਤੀ ਸਰਕਾਰ ਨੇ ਦਿੱਤੀ ਸੀ ਵੀ ਇੱਥੇ ਜੋ ਖਾਲਸੇ ਦੀ ਪਹਿਲਾ ਰਾਜਧਾਨੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸਿੱਕਾ ਵੀ ਜਾਰੀ ਕੀਤਾ ਸੀ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ 'ਤੇ,
ਉਹਦੀ ਯਾਦ ਵਿੱਚ ਉਹ ਨਿਸ਼ਾਨ ਸਾਹਿਬ ਉੱਚੇ ਥਾਂ ਤੇ ਝੂਲਦਾ ਹੈ। ਤੇ ਉਹ ਇਲਾਕਾ ਜਿਹੜਾ ਹੈ ਇੱਕ ਪਾਸੇ ਪਹਾੜੀ ਦਾ ਉਹ ਹਿਮਾਚਲ 'ਚ ਪੈ ਜਾਂਦਾ ਹੁਣ ਦੇ ਸਮੇਂ ਦੀ ਵੰਡ 'ਚ, ਤੇ ਕਪਾਲ ਮੋਚਨ ਵਾਲਾ ਪਾਸਾ ਜਿਹੜਾ ਇਹ ਹਰਿਆਣੇ ਵਿੱਚ ਪੈ ਜਾਂਦਾ ਹੈ। ਉਹ ਪਹਾੜਾਂ ਨੂੰ ਲੰਘਦਿਆਂ ਹੋਇਆਂ ਤੇ ਅੱਗੇ ਪੱਧਰਾ ਜਿਹਾ ਇਲਾਕਾ ਜਿਹੜਾ ਆਇਆ ਹੈ, ਜਿੱਧਰਲੇ ਬੰਨੇ ਹੁਣ ਲੋਹਗੜ੍ਹ ਆਦਿ ਕੇ, ਇੱਥੋਂ ਹੁੰਦਿਆਂ ਹੋਇਆਂ ਪੱਧਰੇ ਥਾਂ ਤੇ ਗੁਰੂ ਕਲਗੀਧਰ ਮਹਾਰਾਜ ਜੀ ਪਹੁੰਚੇ ਹਨ। ਤੇ ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਵੀ ਸੋਹਣਾ ਥਾਂ ਵੇਖ ਕੇ, ਇੱਕੋ ਜਿਹੀ ਧਰਤੀ ਵੇਖ ਕੇ ਪੱਧਰੀ ਉੱਥੇ ਡੇਰਾ ਲਾ ਲਿਆ। ਕਈ ਦਿਨ ਮਹਾਰਾਜ ਇੱਥੇ ਸ਼ਿਕਾਰ ਖੇਡਦੇ ਰਹੇ ਤੇ ਵਿਚਰਦੇ ਰਹੇ। ਤੇ ਜਿਹੜਾ ਇੱਕ ਕਪਾਲ ਮੋਚਨ ਤੀਰਥ, ਜਿੱਥੇ ਬਹੁਤ ਸੋਹਣਾ ਤਾਲ ਬਣਿਆ, ਸਰੋਵਰ ਬਣਿਆ ਹੋਇਆ ਹੈ, ਉੱਥੋਂ ਦਾ ਮੇਲਾ ਆ ਗਿਆ। ਇੱਕ ਤਾਂ ਵੈਸੇ ਉਸ ਤੀਰਥ ਤੇ ਲੋਕ ਮੰਨਦੇ ਆ ਵੀ 3 ਲੋਕਾਂ ਦੇ ਪਾਪ ਕਹਿੰਦੇ ਲੱਥ ਜਾਂਦੇ ਨਹਾਤਿਆਂ, ਉਹ ਵੀ ਆਉਂਦੇ ਸੀ। ਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸੀ। ਮਹਾਰਾਜ ਸਾਹਿਬ ਇਹ ਤੀਰਥ ਤੇ ਆਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਉਪਦੇਸ਼ ਦਿੱਤਾ ਸੀ। ਜਿਹੜਾ ਕਹਿੰਦੇ ਕਿਉਂ ਨਹੀਂ ਤੁਸੀਂ, ਜਿਹੜਾ ਸੂਤਕ ਪਾਤਕ ਆਦਿਕ ਜਿਹੜਾ ਅਸੀਂ ਭਰਮ ਕਰਦੇ ਲੋਕ, ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਭਰਮ ਨੂੰ ਦੂਰ ਕੀਤਾ ਵੀ ਜੇਕਰ ਸੂਤਕ ਮੰਨੀ ਹੈ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਇੱਥੇ ਬਾਣੀ ਉਚਾਰੀ ਤੇ ਸਤਿਗੁਰਾਂ ਨੇ ਸਿੱਧੇ ਰਾਹ ਤੇ ਪਾਇਆ ਸੀ। ਗੁਰੂ ਨਾਨਕ ਸਾਹਿਬ ਦੀ ਉਦੋਂ ਦੀ ਇੱਥੇ ਜਿਹੜੇ ਸੇਵਕ ਇਲਾਕੇ ਦੇ ਰਹਿੰਦੇ, ਉਹ ਗੁਰਪੁਰਬ ਮਨਾਉਂਦੇ ਸਨ ਕੱਤਕ ਦੀ ਪੂਰਨਮਾਸ਼ੀ ਨੂੰ। ਉਹ ਸਮਾਂ ਨੇੜੇ ਜਾਣ ਕੇ ਜਿਹੜਾ ਕਪਾਲ ਮੋਚਨ ਤੀਰਥ ਹੈ, ਕਲਗੀਧਰ ਮਹਾਰਾਜ ਨੇ ਜਦੋਂ ਸੁਣਿਆ ਵੀ ਤੀਰਥ ਦੇ ਉੱਤੇ ਬਹੁਤ ਭਾਰੀ ਮੇਲਾ ਲੱਗੇਗਾ, ਬਹੁਤ ਸੰਗਤਾਂ ਆਉਣਗੀਆਂ, ਸਤਿਗੁਰੂ ਮਹਾਰਾਜ ਸਾਰਿਆਂ ਦੇ ਵਿੱਚ ਕਹਿਣ ਲੱਗੇ ਵੀ ਆਪਾਂ ਵੀ ਜੋੜ ਮੇਲਾ ਗੁਰੂ ਨਾਨਕ ਸਾਹਿਬ ਦਾ ਇੱਥੇ ਹੀ ਮਨਾਵਾਂਗੇ। ਚਲੋ ਮਹਾਰਾਜ ਕਹਿੰਦੇ ਚੱਲੀਏ ਤੇ ਕਪਾਲ ਮੋਚਨ ਮੇਲਾ ਕਰੀਏ, ਭਾਵ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਈਏ। ਫਿਰ ਵਾਪਸ ਆਉਂਦਿਆਂ ਕਹਿੰਦੇ ਸ਼ਿਕਾਰ ਖੇਡਦਿਆਂ ਪਾਉਂਟੇ ਸਾਹਿਬ ਨੂੰ ਵਾਪਸ ਚਲੇ ਜਾਵਾਂਗੇ। ਇਵੇਂ ਕਹਿ ਕੇ ਸਤਿਗੁਰਾਂ ਤਿਆਰੀ ਕਰ ਲਈ ਹੈ। ਬਿਲਾਸਪੁਰ ਸ਼ਹਿਰ ਹੈ, ਇੱਕ ਤਾਂ ਬਿਲਾਸਪੁਰ ਪਰੇ ਹਿਮਾਚਲ 'ਚ ਹੈ, ਇਹ ਹਰਿਆਣੇ 'ਚ ਵੀ, ਇਹਦੇ ਲਾਗੇ ਹੀ ਕਪਾਲ ਮੋਚਨ ਹੈ। ਕਪਾਲ ਮੋਚਨ ਵੀ ਇੱਕ ਸ਼ਹਿਰ ਦੀ ਨਿਆਈ ਹੀ ਬਣਿਆ ਹੋਇਆ ਸਥਾਨ ਹੈ, ਉੱਧਰ ਨੂੰ ਤਿਆਰੀ ਕਰ ਲਈ। ਸਾਰੀ ਫੌਜ ਮਹਾਰਾਜ ਦੀ ਨਗਾਰੇ ਵਜਾਉਂਦਿਆਂ ਨਾਲ ਚੜ੍ਹ ਗਈ ਘੋੜਿਆਂ ਤੇ। ਰਣਜੀਤ ਨਗਾਰਾ ਧੌਂਸਾ ਵਜਾਉਂਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਕਪਾਲ ਮੋਚਨ ਨੂੰ ਆ ਗਏ। ਜਦੋਂ ਆ ਕੇ ਪਹੁੰਚੇ ਨੇ ਤੇ ਡੇਰਾ ਕਰਨ ਦੇ ਲਈ ਸੋਹਣੀ ਜਗ੍ਹਾ ਕੋਈ ਯੋਗ ਥਾਂ ਵੇਖੀ ਸਤਿਗੁਰਾਂ ਨੇ ਕਹਿ ਕੇ ਵੀ ਆਹ ਥਾਂ ਠੀਕ ਹੈ, ਇੱਥੇ ਡੇਰਾ ਕੀਤਾ ਜਾਵੇ। ਸ਼ਮਿਆਨੇ ਤੰਬੂ ਆਦਿਕ ਤਾਣ ਦਿੱਤੇ, ਮਹਾਰਾਜ ਦਾ ਤੰਬੂ ਸਾਹਿਬ ਗੁਰਦੁਆਰਾ ਵੀ ਬਣਿਆ ਏ। ਜਦੋਂ ਨੇੜੇ ਤੇੜੇ ਜਿਹੜੇ ਕੋਈ ਸਿੱਖ ਸੇਵਕ ਵੱਸਦੇ ਸਨ ਜਾਂ ਹੋਰ ਵੀ ਕੋਈ ਤੀਰਥ ਤੇ ਆਏ, ਜਦੋਂ ਉਹਨਾਂ ਨੇ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹਨ ਕਪਾਲ ਮੋਚਨ, ਸਭ ਸਿੱਖ ਸੇਵਕ ਆ ਕੇ ਮਹਾਰਾਜ ਦੇ ਚਰਨ ਕਮਲਾਂ ਤੇ ਨਮਸਕਾਰ ਕਰਨ ਲੱਗ ਪਏ, ਚਰਨ ਪਰਸਦੇ ਨੇ। ਮਹਾਰਾਜ ਦੇ ਦਰਸ਼ਨ ਕਰਕੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨ ਲੱਗ ਪਏ। ਕੱਤਕ ਮਹੀਨੇ ਦੀ ਪੂਰਨਮਾਸ਼ੀ ਬਿਲਕੁਲ ਨੇੜੇ ਆ ਚੁੱਕੀ ਸੀ ਉਸ ਸਮੇਂ, ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਾਣ ਕੇ ਤੇ ਉਵੇਂ ਕੱਤੇ ਦੀ ਪੂਰਨਮਾਸ਼ੀ ਤੇ ਜਿਹੜੇ ਹਿੰਦੂ ਲੋਕ ਨੇ ਉਹ ਵੀ ਨਹਾਉਣਾ ਚੰਗਾ ਮੰਨਦੇ ਆ, ਹਿੰਦੂ ਵੀ ਕਾਫੀ ਆ ਗਏ। ਗੁਰੂ ਕੇ ਮੰਨਣ ਵਾਲੇ ਸਿੱਖ ਵੀ ਗੁਰਪੁਰਬ ਦੀ ਭਾਵਨਾ ਲੈ ਕੇ ਬਹੁਤ ਇਕੱਤਰ ਹੋ ਗਏ। ਜਦੋਂ ਮੇਲਾ ਕਾਫੀ ਹੋ ਗਿਆ ਤੇ ਮਸੰਦ ਜਿਹੜੇ ਮਹਾਰਾਜ ਨੇ ਭੇਜੇ ਸੀ ਨਾ ਦਸਤਾਰਾਂ ਲੈਣ, ਉਹ ਰਾਹ ਵਿੱਚ ਤਾਂ ਗੱਲ ਖੁੱਲੀ ਨਹੀਂ ਵੀ ਕਿੰਨੀਆਂ ਦਸਤਾਰਾਂ ਮਿਲੀਆਂ। ਹੁਣ ਇੱਥੇ ਦੱਸਣ ਲੱਗੇ ਮਹਾਰਾਜ ਨੇ ਜਦੋਂ ਪੁੱਛਿਆ ਵੀ ਹਾਂ ਭਈ ਸਰੋਪੇ ਦੇਣੇ ਨੇ ਗੁਰਪੁਰਬ ਤੇ, ਪੱਗਾਂ ਲਿਆਂਦੀਆਂ ਕਿ ਨਹੀਂ ਲਿਆਂਦੀਆਂ। ਮਸੰਦਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ, ਮਹਾਰਾਜ ਜਿਵੇਂ ਤੁਹਾਡਾ ਹੁਕਮ ਹੋਇਆ ਸੀ ਅਸੀਂ ਉਵੇਂ ਕੀਤਾ।
ਮਹਾਰਾਜ ਜੀ ਅਸੀਂ ਬੜੇ ਸ਼ਹਿਰਾਂ ਨਗਰਾਂ ਦੇ ਵਿੱਚ ਸਰੂਪੇ ਪੱਗਾਂ ਲੈਣ ਦੇ ਲਈ ਖਰੀਦਣ ਲਈ ਫਿਰਦੇ ਤੁਰਦੇ ਰਹੇ, ਪਰ ਥੋੜੀਆਂ ਹੀ ਪੱਗਾਂ ਮਹਾਰਾਜ ਸਾਨੂੰ ਮਿਲੀਆਂ ਹਨ। 200 ਹੀ ਪੱਗ ਮਹਾਰਾਜ ਲੱਭੀ ਹੈ। ਪਰ ਹੁਣ ਜਿੱਡਾ ਜੋੜ ਮੇਲਾ ਏ, ਇੱਥੇ ਮੁਖੀਆਂ ਨੂੰ ਵੀ ਜਿਹੜੀਆਂ ਮਸੰਦ ਮੁਖੀ ਨੇ, ਜਿਹੜੇ ਸਿੱਖ ਮੁਖੀ ਨੇ, ਉਹਨਾਂ ਨੂੰ ਪੱਗਾਂ ਵੀ ਦੇਣ ਦਿਆਂ 1000 ਕੁ ਦਾ ਖਰਚਾ ਹੈਗਾ ਏ। ਮਹਾਰਾਜ ਬੜੇ ਅਸੀਂ ਯਤਨ ਕੀਤੇ ਆ, ਪਰ ਕਿਤੇ ਉਹ ਕੱਪੜਾ ਮਿਲਿਆ ਨਹੀਂ ਹੈ ਪੱਗਾਂ ਦਾ। ਹੁਣ ਆਪ ਦੱਸੋ, ਜਿਵੇਂ ਤੁਹਾਡਾ ਹੁਕਮ ਹੋਵੇਗਾ ਅਸੀਂ ਉਸੇ ਹੀ ਤਰ੍ਹਾਂ ਕਰਾਂਗੇ। ਕਿੱਥੋਂ ਦਸਤਾਰਾਂ ਲਿਆਈਏ ਮਹਾਰਾਜ? ਕੋਈ ਲਾਗੇ ਇਸ ਬੰਨੇ ਇਹੋ ਜਿਹਾ ਥਾਂ ਨਹੀਂ ਦਿਖਦਾ ਜਿੱਥੋਂ ਕੋਈ ਪੱਗਾਂ ਦਾ ਕੱਪੜਾ ਮਿਲੇ। ਚਰਿਤ ਵਿਚਾਰਾ। ਉਦੋਂ ਫਿਰ ਇਹ ਕਲਗੀਧਰ ਸਾਹਿਬ ਨੂੰ ਜਦੋਂ ਇਹ ਦੱਸਿਆ ਤਾਂ 10ਵੇਂ ਪਾਤਸ਼ਾਹ ਨੂੰ ਇੱਕ ਕੌਤਕ ਸੁਝਿਆ। ਉਹਦਾ ਕਾਰਨ ਇਹ ਸੀ ਵੀ ਮਹਾਰਾਜ ਨੇ ਤੀਰਥ ਤੇ ਕੁਝ ਲੋਕ ਤੀਰਥ ਦੀ ਬੇਅਦਬੀ ਕਰਦੇ ਵੇਖ ਲਏ, ਤੇ ਸਤਿਗੁਰਾਂ ਨੇ ਵਿਚਾਰਿਆ ਵੀ ਇਹਨਾਂ ਲੋਕਾਂ ਨੂੰ ਸਜ਼ਾ ਵੀ ਮਿਲ ਜਾਵੇ ਤੇ ਨਾਲੇ ਦਸਤਾਰਾਂ ਦਾ ਪ੍ਰਬੰਧ ਹੋਊਗਾ, ਤੇ ਗਾਂ ਤੋਂ ਸਮਝ ਜਾਣਗੇ ਵੀ ਅਸੀਂ ਤੀਰਥਾਂ ਦੀ ਬੇਅਦਬੀ ਨਹੀਂ ਕਰਨੀ। ਉਹ ਚਰਿੱਤਰ ਮਹਾਰਾਜ ਨੇ ਵਿਚਾਰਿਆ ਇੱਕ। ਮਹਾਰਾਜ ਕਹਿੰਦੇ ਆ ਲੋਕ ਜਿਹੜੇ ਆ ਨਾ, ਹੈ ਤਾਂ ਖਰਾਬੀ ਕਰਦੇ, ਪੱਗਾਂ ਬੰਨਣ ਦੇ ਯੋਗ ਤਾਂ ਹੈ ਨਹੀਂ ਹੈ, ਤੇ ਪਰ ਜੇ ਇਹਨਾਂ ਕੋਲੋਂ ਬਲ ਦੇ ਨਾਲ ਖੋਵਾਂਗੇ ਵੀ ਤੁਸੀਂ ਪੱਗ ਬੰਨਣ ਦੇ ਯੋਗ ਨਹੀਂ ਹੋ, ਫਿਰ ਰੌਲਾ ਪਾਉਣਗੇ, ਕਿਸੇ ਰਾਜੇ ਕੋ ਸਰਕਾਰੀ ਦਰਬਾਰੇ ਪੁਕਾਰ ਕਰਨਗੇ ਜਾ ਕੇ, ਤੇ ਇਹ ਕਹਿੰਦੇ ਰੌਲਾ ਰੱਪਾ ਪਾ ਦੇਣਗੇ। ਜੋੜ ਮੇਲਾ ਜਿਹੜਾ ਹੈ ਉਹ ਡਰ ਕੇ ਕਹਿੰਦੇ ਵੀ ਭੱਜ ਜਾਏਗਾ, ਭਗਦੜ ਮਚ ਜਾਏਗੀ। ਭਗਦੜ ਮਚੇ ਤਾਂ ਭੀੜਾਂ ਦੇ ਥੱਲੇ ਕਈ ਦੱਬ ਕੇ ਮਰ ਜਾਂਦੇ ਹਨ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਹੋ ਸਕਦਾ ਵੀ ਜੇ ਸਾਡੇ ਨਾਲ ਵਿਗੜੇ ਤਾਂ ਇੱਥੇ ਜੰਗ ਵੀ ਹੋ ਸਕਦਾ ਹੈ, ਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ, ਜੰਗ ਕਰਨਾ ਯੋਗ ਨਹੀਂ ਹੈ। ਤੇ ਨਾਲੇ ਫੇਰ ਵੀ ਕੋਈ ਕੰਮ ਨਹੀਂ ਸਵਰਨਾ ਪੱਗਾਂ ਵਾਲਾ, ਉੱਥੇ ਜੰਗ ਯੁੱਧ ਜਿਹਾ ਹੋ ਜਾਣਾ ਹੈ ਤੇ ਲੜਾਈ ਝਗੜੇ 'ਚ ਕਈ ਬੰਦੇ ਮਾਰੇ ਜਾਣਗੇ। ਤੇ ਪਾਤਸ਼ਾਹ ਜੀ ਕਹਿੰਦੇ ਵੀ ਇਸ ਤਰ੍ਹਾਂ ਕਾਰਜ ਕਰਦੇ ਐ ਵੀ ਕਰੇ ਸੋ ਏਮ ਸੁਖ ਤੇ ਸਿੱਧ ਹੋ। ਇਸ ਤਰ੍ਹਾਂ ਕਰੀਏ ਵੀ ਜਿਵੇਂ ਸੌਖਾ ਹੀ ਇਹ ਪੱਗਾਂ ਦੀਆਂ ਪੱਗਾਂ ਦਸਤਾਰਾਂ ਇਕੱਠੀਆਂ ਕਰਨ ਵਾਲਾ ਕਾਰਜ ਵੀ ਸਿੱਧ ਹੋ ਜਾਵੇ, ਤੇ ਤੀਰਥ ਦੀ ਜਿਹੜੀ ਮਰਿਆਦਾ ਵੀ ਬਹਾਲ ਹੋ ਜਾਵੇ, ਤੇ ਜਿਹੜੇ ਲੋਕ ਬੇਅਦਬੀ ਕਰਦੇ ਉਹਨਾਂ ਨੂੰ ਹੋਰ ਮਾਰ ਕੁੱਟ ਕਰਨ ਦੇ ਨਾਲੋਂ ਇੱਦਾਂ ਥੋੜ੍ਹਾ ਜਿਹਾ ਸੰਕੇਤਕ ਸਜ਼ਾ ਦੇ ਦਈਏ। ਮਹਾਰਾਜ ਸਾਹਿਬ ਨੇ ਆਪਣੇ ਸੂਰਮਿਆਂ ਨੂੰ, ਸਿੱਖਾਂ ਨੂੰ ਹੁਕਮ ਕੀਤਾ। ਮਹਾਰਾਜ ਕਹਿੰਦੇ ਸਾਵਧਾਨ ਹੋ ਕੇ 10-10, 15-15 ਜਾਣੇ ਟੁਕੜੀਆਂ ਬਣਾ ਲਓ ਤੇ ਸਾਵਧਾਨ ਹੋ ਕੇ ਮੇਲੇ 'ਚ ਫਿਰੋ ਤੁਰੋ। ਜਿੱਥੇ ਵੀ ਆ ਸਰੋਵਰ ਨੇ, ਜਿੱਥੇ ਵੀ ਇਹ ਤੀਰਥ ਹੈ ਕਪਾਲ ਮੋਚਨ, ਇਹਦੇ 4 ਚੁਫੇਰੇ ਕਹਿੰਦੇ ਵੀ ਤੁਸੀਂ ਪਹਿਰਾ ਦੇਣਾ ਕਰੋ। ਜਿਹੜਾ ਵੀ ਕੋਈ ਬੰਦਾ ਇਹ ਤੀਰਥ ਦੀ ਆ ਕੇ ਬੇਅਦਬੀ ਕਰੇ, ਇੱਥੇ ਗੰਦ ਪਾਉਣ ਦਾ ਯਤਨ ਕਰੇ, ਉਹ ਬੇਅਦਬੀ ਐਵੇਂ ਵੀ ਜਿਵੇਂ ਕੋਈ ਲਘੂ ਸ਼ੰਕਾ, ਪਿਸ਼ਾਬ ਆਦਿਕ, ਸ਼ਰਲਾ ਆਦਿਕ ਕਹਿੰਦੇ ਵੀ ਤੀਰਥ ਦੇ ਕੰਢੇ ਤੇ ਮਾਰੇ, ਕਿਉਂਕਿ ਇਹ ਬਹੁਤ ਇਹ ਜਿਹੜੇ ਹਿੰਦੂ ਤੀਰਥ ਹੈ ਨਾ, ਉਹਨਾਂ ਦੇ ਐਵੇਂ ਹੀ ਬਹੁਤ ਗੰਦ ਜਿਹਾ ਪਿਆ ਰਹਿੰਦਾ ਹੈ। ਆ ਹੁਣ ਕਿਤੇ ਜਾ ਕੇ ਥੋੜ੍ਹਾ ਬਹੁਤ ਸੁਧਾਰ ਹੋਇਆ, ਪਰ ਫਿਰ ਵੀ ਹੁਣ ਤੀਰਥਾਂ 'ਤੇ ਚਲੇ ਜਾਓ ਨਾ, ਉੱਥੇ ਜਾਂ ਸੁੱਕੇ ਜੇ ਫੁੱਲ ਪਏ ਹੁੰਦੇ ਨੇ, ਜਾਂ ਉਹਨਾਂ ਨੇ ਕਬੇਰ ਖਾ ਥੁੱਕਿਆ ਹੁੰਦਾ, ਬੀੜੀਆਂ ਜੀਆਂ ਉੱਥੇ ਤੀਰਥਾਂ ਦੇ ਉਹ ਲੋਕ ਜਿਹੜੇ ਹਨ, ਉਹਨਾਂ ਨੂੰ ਸਿੱਖਿਆ ਕੋਈ ਐਸੀ ਮਿਲੀ ਨਹੀਂ, ਉਹ ਬੇਅਦਬੀ ਜੀ ਕਰਦੇ ਹਨ। ਪਰ ਇਹ ਤਾਂ ਗੁਰੂ ਘਰ ਦੇ ਸਥਾਨ ਹੈ, ਇੱਥੇ ਮਹਾਰਾਜ ਨੇ ਜੋ ਮਰਿਆਦਾ ਚਲਾਈ, ਫਿਰ ਪਹਿਰਾ ਹੁੰਦਾ ਇੱਥੇ ਸਰੋਵਰਾਂ ਦੇ ਉੱਤੇ, ਪੂਰੀ ਸਖਤੀ ਹੁੰਦੀ ਹੈ, ਜਿਸ ਕਰਕੇ ਪਵਿੱਤਰਤਾ ਕਾਇਮ ਹੈ। ਪਰ ਬਹੁਤਾ ਉਹਨਾਂ ਤੀਰਥਾਂ ਦੇ ਗੰਦਗੀ ਜੀ ਪਾਉਂਦੇ ਸੀ, ਉੱਥੇ ਕੀ ਲੋਕ ਇਹ ਲਘੂ ਸ਼ੰਕਾ ਪਿਸ਼ਾਬ ਆਦਿ ਕਰੀ ਜਾਣਾ, ਉੱਥੇ ਹੀ ਮਲ ਮੂਤਰ ਹੋਰ ਤਿਆਗੀ ਜਾਣਾ। ਸਾਹਿਬ ਕਹਿੰਦੇ ਵੀ ਜੇ ਤਾਂ ਕੋਈ ਇੱਥੇ ਕੋਈ ਮਲ ਮੂਤਰ ਜਿਹਾ ਕਰੇ, ਕੋਈ ਬੇਅਦਬੀ ਕਰੇ ਇਸ ਤਰ੍ਹਾਂ, ਹਾਂ ਜਿਹੜਾ ਵੀ ਸਰੋਵਰ ਦੇ ਨੇੜੇ ਕੰਢੇ ਤੇ ਹੋਵੇ ਮਨੁੱਖ ਇਹੋ ਜਿਹਾ ਕਰਮ ਕਰਦਾ, ਤੇ ਜਾਂ ਫਿਰ ਕੋਈ ਜੰਗਲ ਮੈਦਾਨ ਜਾ ਕੇ ਤੇ ਉਹ ਗੰਦੇ ਹੱਥ ਉਸ ਪਾਣੀ ਵਿੱਚ ਧੋਣਾ ਕਰੇ। ਮਹਾਰਾਜ ਕਹਿੰਦੇ ਵੀ ਉਹ ਇਹ ਕੰਮ ਕਰਦਾ ਜਿਹੜਾ, ਵੇਖ ਲਓ ਉਹਦੀ ਪੱਗ ਲਾ ਲਓ, ਪੱਗ ਬੰਨਣ ਦੇ ਯੋਗ ਨਹੀਂ ਹੈ। ਵੀ ਜਿਹੜਾ ਤੀਰਥ ਦੀ ਗੰਦਗੀ ਪਾ ਰਿਹਾ, ਕਹਿੰਦੇ ਉਹਦੀ ਪੱਗ ਬੰਨੀ ਕੀ ਕੰਮ ਹੈ। ਸਾਹਿਬ ਕਹਿੰਦੇ ਸਹਿਜੇ ਜੇ ਜਾ ਕੇ ਉਹਦੀ ਪੱਗ ਲਾ ਲੈਣੀ, ਜਿਹੜਾ ਤੀਰਥ ਦੇ ਕੰਢੇ 'ਤੇ ਕੋਈ ਮੈਦਾਨ ਪਿਸ਼ਾਬ ਦੀ ਕਿਰਿਆ ਕਰੇ ਜਾਂ ਗੰਦੇ ਮੰਦੇ ਹੱਥ ਵਿੱਚ ਪਾਵੇ। ਇਹਦਾ ਇੱਕ ਹੋਰ ਕਾਰਨ ਸੀ, ਇੱਕ ਤਾਂ ਤੀਰਥ ਸਥਾਨ ਹੈ,
ਦੂਸਰਾ ਇਹ ਹੈ ਵੀ ਉਹਨਾਂ ਸਮਿਆਂ ਵਿੱਚ ਜਲ ਦੇ ਸੋਮੇ ਜਿਹੜੇ ਇਹੀ ਤੀਰਥ ਜਾਂ ਨਦੀਆਂ ਹੀ ਹੁੰਦੀਆਂ ਸਨ। ਜਲ ਛਕਣਾ, ਛਕਾਉਣਾ, ਲੰਗਰ ਦੇ ਵਿੱਚ ਵਰਤਣਾ, ਇਸ਼ਨਾਨ ਕਰਨਾ। ਅਤੇ ਜੇ ਉਹਦੇ ਵਿੱਚ ਇੱਦਾਂ ਕੋਈ ਗੰਦਗੀ ਪਾਵੇਗਾ ਫਿਰ ਉਹੀ ਜਲ ਲੰਗਰ ਵਿੱਚ ਖੜਨਾ ਜਾਂ ਉਹਦੇ ਨਾਲ ਕੋਈ ਦਾਤਣ ਕੁਰਲਾ ਕਰਨਾ ਉਹ ਸ਼ੋਭਦਾ ਨਹੀਂ ਸੀ। ਮਹਾਰਾਜ ਸਾਹਿਬ ਜੀ ਨੇ ਇੱਕ ਚੰਗੇ ਸੁਧਾਰ ਕਰਨ ਦੇ ਵਾਸਤੇ ਹੁਕਮ ਕੀਤਾ ਸਮਾਜ ਵਿੱਚ ਵੀ ਜਿਹੜਾ ਕੋਈ ਤੀਰਥ ਦੇ ਕੰਢੇ ਕੋਈ ਪਿਸ਼ਾਬ ਕਰੇ, ਕੋਈ ਕਹਿੰਦੇ ਵੀ ਪਿਸ਼ਾਬ ਵਾਲੇ ਹੱਥ ਧੋਵੇ ਤੀਰਥ 'ਚ ਵੜ ਕੇ ਜਾਂ ਕੋਈ ਹੋਰ ਮੈਦਾਨ ਆਦਿਕ ਦੀ ਕਿਰਿਆ ਕਰਕੇ ਅਤੇ ਫਿਰ ਉਹ ਵਿਸ਼ਟਾ ਵਾਲੇ ਹੱਥ ਵਿੱਚ ਧੋਵੇ, ਕਹਿੰਦੇ ਉਹਦੀ ਪੱਗ ਲਾ ਲਓ। ਇਹ ਪੱਗ ਲਾਉਣੀ ਵੀ ਪੁਰਾਣੇ ਸਮਿਆਂ 'ਚ ਇੱਕ ਬੜੀ ਵੱਡੀ ਸਜ਼ਾ ਮੰਨੀ ਜਾਂਦੀ ਸੀ। ਨਾ ਮਹਾਰਾਜ ਕਹਿੰਦੇ ਬਹੁਤੀਆਂ ਗਾਲਾਂ ਕੱਢਿਓ ਅਤੇ ਨਾ ਹੀ ਕਹਿੰਦੇ ਵੀ ਉਹਨੂੰ ਬਹੁਤੀ ਮਾਰ ਕਰਿਓ। ਐਵੇਂ ਮਾੜਾ ਜਿਹਾ ਹਿਲਾ ਕੇ ਝਾੜ ਝੰਮ ਜੀ ਕਰਕੇ ਅਤੇ ਪੱਗ ਲਾ ਲਓ, ਬਸ ਪੱਗ ਲਾ ਲਈ, ਇਹਦੇ ਵਿੱਚ ਹੀ ਉਹਨੂੰ ਪਤਾ ਲੱਗੂ ਵੀ ਮੈਂ ਗਾਂ ਇਹ ਗਲਤ ਕੰਮ ਨਹੀਂ ਕਰਨਾ। ਐਵੇਂ ਮਹਾਰਾਜ ਕਹਿੰਦੇ ਤੀਰਥ ਦੇ 4 ਸਫੇਰੇ ਤੁਸੀਂ ਸਾਵਧਾਨ ਹੋ ਕੇ ਸੂਰਮੇ ਜਾਣਾ ਕਰੋ, ਵਿਚਰਨਾ ਕਰੋ। ਜਿਹੜਾ ਵੀ ਬੇਅਦਬੀ ਕਰੇ ਕਹਿੰਦੇ ਉਹਨੂੰ ਫਲ ਇਹੀ ਦਿਓ ਵੀ ਉਹਦੀ ਪੱਗ ਹੀ ਲਾ ਲਓ, ਬਸ ਉਹਨੂੰ ਇਹੀ ਸਜ਼ਾ ਹੈ। ਮਹਾਰਾਜ ਦਾ ਹੁਕਮ ਸੁਣ ਕੇ ਸੂਰਮੇ ਉਸੇ ਵੇਲੇ ਸਾਵਧਾਨ ਹੋ ਗਏ, ਤਿਆਰ ਹੋ ਗਏ। ਹੱਥ ਵਿੱਚ ਢਾਲਾਂ ਫੜ ਲਈਆਂ, ਕਿਰਪਾਨਾਂ ਗਾਤਰੇ ਪਾ ਕੇ ਮਹਾਰਾਜ ਦੇ ਸੂਰਮੇ ਚੱਲ ਪਏ ਹਨ ਸ਼ਸਤਰ ਧਾਰੀ ਹੋ ਕੇ। ਜਿਹੜਾ ਕੋਈ ਵੇਖਦੇ ਆ ਵੀ ਕਮਾਲ ਮੋਚਨ ਉਹ ਸਰੋਵਰ ਦੇ ਤੀਰਥ ਦੇ ਨੇੜੇ ਕੋਈ ਪਿਸ਼ਾਬ ਆਦਿਕ ਦੀ ਕਿਰਿਆ ਕਰਦਾ ਹੈ ਜਾਂ ਜਿੱਧਰ ਕਿਧਰ ਵੀ 4 ਸਫੇਰੇ ਕਿਸੇ ਬੰਦੇ ਨੂੰ ਹੋਰ ਸਰੀਰ ਦੀ ਕਿਰਿਆ ਕਰਦੇ ਆ ਗੰਦੇ ਹੱਥ ਜੇ ਤੀਰਥ 'ਚ ਪਾਉਂਦਿਆਂ ਵੇਖਦੇ ਹਨ, ਕਹਿੰਦੇ ਉਹ ਬੈਠਾ ਹੋਇਆ ਕੋਈ ਮੰਦ ਕਰਮ ਜਿਹਾ ਇੱਦਾਂ ਦਾ ਕਰ ਰਿਹਾ, ਉਹ ਜਾ ਕੇ ਉਹਦੀ ਹੱਥ ਦੇ ਨਾਲ ਬੜੀ ਛੇਤੀ ਪੱਗ ਲਾ ਲੈਂਦੇ, ਕਹਿੰਦੇ ਬੈਠਾ ਰਹੋ ਹੁਣ ਇੱਥੇ ਹੀ। ਨਾਲੇ ਸਮਝਾਉਂਦੇ ਨੇ, ਕਹਿੰਦੇ ਅਕਲ ਨਹੀਂ ਤੈਨੂੰ, ਬੈਠਾ ਕਿੱਥੇ ਹੈ, ਵੇਖ ਤੂੰ ਕਿੱਥੇ ਪਿਸ਼ਾਬ ਕਰ ਰਿਹਾ ਏ, ਵੇਖ ਕਿੱਥੇ ਤੂੰ ਆਹ ਸਰੀਰ ਦੀ ਕਿਰਿਆ ਕਰੀ ਜਾਂਦਾ, ਆਹ ਗੰਦੇ ਜਿਹੇ ਹੱਥ ਤੈਨੂੰ ਪਤਾ ਨਹੀਂ ਕਿਹਦੇ ਵਿੱਚ ਧੋ ਰਿਹਾ ਇੱਦਾਂ। ਨਾਲੇ ਸਮਝਾਉਂਦੇ ਨੇ, ਨਾਲੇ ਫਿਰ ਵੀ ਮਹਾਰਾਜ ਨੇ ਭਾਵੇਂ ਰੋਕਿਆ, ਸੂਰਮਿਆਂ ਜੋਸ਼ ਹੁੰਦਾ, ਮਾੜਾ ਮੋੜ ਮਾਰਾ ਬਕਾਰਾ ਜਾਂ ਧੱਕਾ ਮੁੱਕੀ ਕਰ ਜਾਂਦੇ ਹਨ। ਆਹ ਸੂਰਮੇ ਕਹਿੰਦੇ ਉਹ ਮੂਰਖੋ, ਤੁਸੀਂ ਤੀਰਥ ਦੀ ਯਾਤਰਾ ਕਰਨ ਆਏ ਹੋ ਜਾਂ ਇੱਥੇ ਪਾਪ ਚੜਾਉਣ ਆਏ ਹੋ ਗੰਦ ਪਾ ਕੇ? ਆ ਕਹਿੰਦੇ ਵੀ ਤੁਸੀਂ ਇੱਥੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਆਪਣੇ ਪਾਪ ਲਹਾਉਣਾ ਚਾਹੁੰਦੇ ਹੋ ਜਾਂ ਸਿਰ ਤੇ ਪਾਪ ਹੋਰ ਚੜਾਉਣੇ ਨੇ ਜਿਹੜਾ ਗੰਦ ਪਾਇਆ ਏ। ਤੇ ਜਿਹਦੀ ਇੱਦਾਂ ਪੱਗ ਲਾਉਂਦੇ ਨੇ ਨਾਲੇ ਉਹਨੂੰ ਥੋੜਾ ਝਿੜਕ ਦਿੰਦੇ ਆ ਤੇ ਉਹ ਸੁਣ ਕੇ ਚੁੱਪ ਹੋ ਜਾਂਦਾ, ਅੱਗੋਂ ਬੋਲਦਾ ਨਹੀਂ, ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਗਲਤੀ ਕੀਤੀ ਆ। ਸੋ ਇਸ ਤਰ੍ਹਾਂ ਭਾਜੈ ਤੁਤ ਕਰ ਤਰ ਨੈਣ, ਤੇ ਅੱਖਾਂ ਨੀਵੀਆਂ ਜੀਆਂ ਕਰਕੇ ਨਾ ਸ਼ਰਮਿੰਦਾ ਜਿਹਾ ਹੋਇਆ ਇੱਧਰ ਉੱਧਰ ਨੂੰ ਭੱਜ ਜਾਂਦਾ ਹੈ ਪੱਗ ਜੀ ਲਵਾ ਕਰਕੇ। ਆਛੀ ਭਨੈ ਸਕਲ ਮਨ ਜਾਣੈ, ਸਾਰੇ ਸਮਝਦੇ ਹਨ ਜਿਹੜੇ ਹੋਰ ਇਹ ਗੱਲਾਂ ਕਹਿੰਦੇ ਨੇ ਵੇਖ ਕੇ ਵੀ ਇਹ ਬਿਲਕੁਲ ਇਹ ਠੀਕ ਗੱਲ ਕੀਤੀ ਹੈ ਜਿਹੜਾ ਗੁਰੂ ਦੇ ਸਿੱਖਾਂ ਨੇ ਪੱਗ ਲਾ ਲਈ ਹੈ ਇਸ ਪਿਸ਼ਾਬ ਕਰਨ ਵਾਲੇ ਦੀ। ਪਾਗ ਸ਼ਨਾਏ ਕਛੂ ਨਾ ਬਖਾਨੈ, ਤੇ ਜਿਹੜੇ ਆਪਣੀ ਇੱਦਾਂ ਪੱਗ ਜੀ ਖੁਆ ਕੇ ਜਾਂਦੇ ਨੇ ਇਹ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਗਲਤ ਕੰਮ ਕਰ ਰਹੇ ਹਾਂ ਤੇ ਤਾਂ ਕਰਕੇ ਇਹਨਾਂ ਨੇ ਸਾਨੂੰ ਇਹ ਸਜ਼ਾ ਦਿੱਤੀ ਆ। ਉਹ ਕੁਝ ਕਹਿੰਦੇ ਨਹੀਂ ਹਨ, ਆਪਣੀ ਗਲਤੀ ਸਮਝ ਕੇ ਤੇ ਭੱਜ ਜਾਂਦੇ ਹਨ। ਇਸ ਤਰ੍ਹਾਂ ਜਿਹੜੇ ਬਲਵਾਨ ਯੋਧੇ ਸੂਰਮੇ ਨੇ, ਜਿਹੜਾ ਵੀ ਕੋਈ ਤੀਰਥ ਦੇ ਲਾਗੇ ਗੰਦ ਪਾਉਂਦਾ ਉਹਦੀਆਂ ਪੱਗਾਂ ਲਾ ਲਾ ਕੇ ਇਕੱਠੀਆਂ ਕਰੀ ਜਾਂਦੇ ਹਨ ਤੇ ਸਾਰੀਆਂ ਪੱਗਾਂ ਸੰਭਾਲ ਸੰਭਾਲ ਕੇ ਇੱਕ ਥਾਂ ਇਕੱਠੀਆਂ ਕਰਦੇ ਜਾ ਰਹੇ ਨੇ। 3 ਦਿਨ ਤੀਕਰ ਕਹਿੰਦੇ ਤੀਰਥ ਤੇ ਮੇਲਾ ਲੱਗਾ ਰਿਹਾ ਤੇ ਇਸੇ ਤਰ੍ਹਾਂ ਹੀ ਸੂਰਮੇ ਵਿਚਰਦੇ ਰਹੇ, 4 ਸਫੇਰੇ ਪਹਿਰਾ ਦਿੰਦੇ ਰਹੇ। ਉਸੇ ਤਰ੍ਹਾਂ ਉਹਦੀ ਪੱਗ ਲਾ ਲੈਂਦੇ ਆ ਜਿਹੜਾ ਕੋਈ ਪਿਸ਼ਾਬ ਕਰਦਾ ਹੈ ਜਾਂ ਕੋਈ ਸਰੀਰ ਦੀ ਹੋਰ ਕਿਰਿਆ ਦੇ ਹੱਥ ਵਿੱਚ ਗੰਦੇ ਜੇ ਪਾਉਂਦਾ ਹੈ। ਸਾਰੇ ਮੇਲੇ 'ਚ ਗੱਲ ਫੈਲ ਗਈ, ਜਿੱਥੇ ਵੀ ਲੋਕ ਮਿਲਦੇ ਹਨ ਤੇ ਆਪਸ ਵਿੱਚ ਮਿਲ ਮਿਲ ਕੇ ਇੱਦਾਂ ਕਹਿੰਦੇ ਹਨ, ਕਹਿੰਦੇ ਵੇਖੋ ਵੀ ਗੁਰੂ ਕਲਗੀਧਰ ਮਹਾਰਾਜ ਤੀਰਥ ਦਾ ਅਦਬ ਸਤਿਕਾਰ ਪੈਦਾ ਕਰ ਰਹੇ ਨੇ, ਅਦਬ ਸਤਿਕਾਰ ਕਰਵਾ ਰਹੇ ਹਨ।
ਇਹ ਕਹਿੰਦੇ ਵੇਖੋ ਮੂਰਖ ਲੋਕ ਜਿਹੜੇ ਤੀਰਥ ਦੀ ਮਹਿਮਾ ਮਹਾਨਤਾ ਨਹੀਂ ਜਾਣਦੇ ਤੇ ਪਾਣੀ ਦੇ ਨੇੜੇ ਗੰਦ ਪਾਉਂਦੇ ਨੇ। ਤੇ ਕਹਿੰਦੇ ਅੱਗ ਨੇ ਹਰੇ ਉਲਟ ਗਨ ਠਾਨੇ, ਸਗੋਂ ਪਾਪ ਨਾਸ ਉਹਨਾਂ ਦੇ ਕੀ ਹੋਣੇ ਨੇ, ਹੋਰ ਬਹੁਤੇ ਸਿਰ ਤੇ ਪਾਪ ਚੜਾ ਰਹੇ ਸਨ। ਐਵੇਂ ਗੱਲਾਂ ਕਰਦੇ ਨੇ। ਫਿਰ ਕਹਿੰਦੇ ਨੇ ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਹਨ ਜਿਨ੍ਹਾਂ ਨੇ ਤੀਰਥਾਂ ਦੇ ਗੰਦ ਪਾਉਣ ਵਾਲਿਆਂ ਨੂੰ ਐਸੀ ਸਜ਼ਾ ਦਿੱਤੀ ਵੀ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ, ਪਰ ਉਹਦੀ ਪੱਗ ਲਵਾ ਕੇ ਉਹਨੂੰ ਸ਼ਰਮਿੰਦਿਆਂ ਕਰਤਾ। ਕਿਉਂਕਿ ਪਤਾ ਲੱਗ ਜਾਂਦਾ ਜਿਹਦੇ ਸਿਰ 'ਚੋਂ ਪੱਗ ਲੱਥੀ ਵੇਖਦੇ ਉਹ ਸਾਰੇ ਹੱਥ ਕਰਕੇ ਕਹਿੰਦੇ ਲੈ ਆ ਵੀ ਪੱਗ ਲਵਾ ਕੇ ਆਇਆ, ਲੱਗਦਾ ਇਹਨੇ ਵੀ ਕੋਈ ਗਲਤ ਕੰਮ ਕੀਤਾ ਹੈ। ਪੱਗ ਲੱਥ ਜਾਣੀ ਸਾਧ ਸੰਗਤ ਇੱਕ ਬਹੁਤ ਹੀ ਨਾ ਇਹ ਹਾਨੀ ਦਾ ਕੰਮ ਮੰਨਿਆ ਜਾਂਦਾ ਸੀ ਵੀ ਇਹਨੇ ਪੱਗ ਲਵਾਈ ਹੈ ਵੀ ਗਲਤ ਕੰਮ ਕਰਕੇ ਆਇਆ ਏ। ਸਾਰੇ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਲਕੁਲ ਯੋਗ ਮੁਨਾਸਬ ਗੱਲ ਕਰ ਰਹੇ ਨੇ। ਇਹਨਾਂ ਲੋਕਾਂ ਨਾਲ ਐਵੇਂ ਹੀ ਕਰਨਾ ਚਾਹੀਦਾ ਵੀ ਜਿਹੜਾ ਪਾਣੀ ਇਸ਼ਨਾਨ ਕਰਨ ਦੇ ਲਈ ਲੰਗਰ ਵਿੱਚ ਵਰਤਣ ਦੇ ਲਈ ਆ ਉਹਦੇ ਨਾਲ ਗੰਦਗੀ ਕਿਉਂ ਸਾਫ਼ ਕਰਦੇ ਨੇ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਅਵਤਾਰ ਇਹ ਸੋਹਣਾ ਉਪਦੇਸ਼ ਦੇਣ ਵਾਸਤੇ ਸੰਸਾਰ ਵਿੱਚ ਆਉਂਦੇ ਹਨ। ਮਹਾਂਪੁਰਖਾਂ ਦਾ ਸੰਸਾਰ ਵਿੱਚ ਜਿਹੜਾ ਇਹ ਪੈਦਾ ਹੋਣਾ ਹੈ ਨਾ, ਵਿਸ਼ੇਸ਼ ਕਰਕੇ ਇਸੇ ਕਰਕੇ ਹੀ ਹੁੰਦਾ ਵੀ ਲੋਕਾਂ ਨੂੰ ਸਿੱਧੇ ਰਾਹ ਪਾਇਆ ਜਾਵੇ। ਇਹ ਤੇ ਆਦਿਕ ਸਾਰੇ ਮਿਲ ਮਿਲ ਕੇ ਗੱਲਾਂ ਕਰਦੇ ਨੇ ਵੀ ਮਹਾਰਾਜ ਨੇ ਬਿਲਕੁਲ ਠੀਕ ਕੀਤਾ। ਤੇ ਉਧਰ ਜਿਹੜੇ ਗਲਤ ਕੰਮ ਕਰਦੇ ਹਨ, ਕੋਈ ਪਿਸ਼ਾਬ, ਕੋਈ ਜਾ ਕੇ ਮੈਦਾਨ ਆਦਿਕ ਪੱਗ ਖਵਾ ਕੇ ਫਿਰ ਪਛਤਾਉਂਦੇ ਨੇ ਵੀ ਮੈਂ ਬੇਇੱਜ਼ਤੀ ਕਰਾ ਲਈ, ਸਾਰੇ ਲੋਕਾਂ ਵਿੱਚ ਡੰਡ ਲੱਥ ਗਈ ਮੇਰੀ। 3 ਦਿਨ ਤੀਕਰ ਏਦਾਂ ਬੜਾ ਭਾਰੀ ਮੇਲਾ ਲੱਗਾ ਰਿਹਾ ਕੱਤਕ ਦੀ ਪੂਰਨਮਾਸ਼ੀ ਦੇ ਉੱਪਰ। ਤੇ ਨਾਲੇ ਤਾਂ ਤੀਰਥ ਦੀ ਮਰਿਆਦਾ ਕਾਇਮ ਹੋ ਗਈ, ਨਾਲੇ ਮਹਾਰਾਜ ਨੇ ਗੁਰਪੁਰਬ ਮਨਾ ਲਿਆ, ਨਾਲੇ ਪੱਗਾਂ ਦਾ ਜਿਹੜਾ ਕੰਮ ਸੰਦ ਕਹਿੰਦੇ ਸੀ ਦੇਣਾ ਹੈ ਸਰੋਪੇ ਵਾਸਤੇ, ਕੱਪੜਾ ਨਹੀਂ ਕਿਤੇ ਮਿਲ ਰਿਹਾ, ਉਹ ਪੱਗਾਂ ਵੀ ਇਕੱਠੀਆਂ ਹੋ ਗਈਆਂ। ਸੰਸਾਰ ਵਿੱਚ ਗੁਰੂ ਕਲਗੀਧਰ ਮਹਾਰਾਜ ਨੇ ਜਸ ਵੀ ਬਹੁਤ ਲਿਆ। ਸਾਰੇ ਕਲਗੀਧਰ ਮਹਾਰਾਜ ਦੀ ਮਹਿਮਾ ਕਰਦੇ ਹਨ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਦੇ ਪੂਜਦੇ ਨੇ, ਬੜੀ ਭਾਵਨਾ ਰੱਖਦੇ ਨੇ। ਵੀ ਜਦੋਂ ਗੁਰਪੁਰਬ ਲੰਘ ਗਿਆ ਤੇ ਉਹ ਪੱਗਾਂ ਦੀ ਗਿਣਤੀ ਕੀਤੀ ਤਾਂ 700 ਹੋਈ, ਵੀ 700 ਬੰਦੇ ਨੂੰ ਸਜ਼ਾ ਮਿਲੀ ਹੈ ਜਿਨ੍ਹਾਂ ਦੀਆਂ ਪੱਗਾਂ ਉਤਾਰੀਆਂ ਨੇ। ਫਿਰ ਮਹਾਰਾਜ ਨੇ ਧੋਣ ਵਾਸਤੇ ਧੋਬੀ ਨੂੰ ਦੇ ਦਿੱਤੀਆਂ ਵੀ ਆ ਧੋ ਕੇ ਲੈ ਆਓ, ਕਿਉਂਕਿ ਘੇ ਪੱਟ ਭਾਂਡਾ ਕਹੇ ਨਾ ਕੋਈ, ਘਿਓ ਕੱਪੜਾ ਤੇ ਬਰਤਨ ਇਹਨੂੰ ਕਿਹਦਾ ਹੱਥ ਲੱਗਾ ਇਹਨੂੰ ਅਪਵਿੱਤਰ ਨਹੀਂ ਮੰਨਿਆ ਜਾਂਦਾ। ਇਹ ਕਹਿੰਦੇ ਵੀ ਸਾਫ਼ ਹੀ ਹੁੰਦੇ ਨੇ, ਧੋ ਕੇ ਫਿਰ ਸੁੱਚਾ ਬਣ ਜਾਂਦਾ, ਇਸ ਕਰਕੇ ਧੋਬੀ ਨੂੰ ਧੋਣ ਦੀ ਦੇਤੀਆਂ ਪੱਗਾਂ। ਤੇ ਜਦੋਂ ਐਨ ਤਿਆਰ ਹੋ ਗਈਆਂ ਧੋਬੀ ਨੇ ਧੋ ਬਣਾ ਕੇ ਗੁਰਾਂ ਦੇ ਪਾਸ ਲੈ ਆਂਦੀਆਂ। ਇਹ ਮੈਲ ਮੂਲ ਜੀ ਲੱਗੀ ਸੀ, ਜਿਹੜੇ ਬੰਦੇ ਦਾ ਗੰਦ ਜਿਹਾ ਪਾਉਣ ਵਾਲੇ ਉਹਨਾਂ ਧੋਣੀਆਂ ਵੀ ਕਿੱਥੇ ਸੀ। ਮਹਾਰਾਜ ਨੇ ਜਦੋਂ ਧਵਾਈਆਂ ਚਿੱਟੀਆਂ ਨਿਕਲ ਆਈਆਂ ਐਨ ਸਫੇਦ ਮੈਲ ਤੋਂ ਬਗੈਰ, ਬੜੀਆਂ ਸੋਹਣੀਆਂ ਨਵੀਆਂ ਨਿੱਕ ਬਣ ਗਈਆਂ। ਅਗਲੀਆਂ ਪਿਛਲੀਆਂ ਭਾਵ ਜਿਹੜੀਆਂ ਕੁਝ ਖਰੀਦੀਆਂ, ਜਿਹੜੀਆਂ ਕੁਝ ਸਿਰਾਂ ਤੋਂ ਲਾਈਆਂ, ਇਹਨਾਂ ਨੂੰ ਇੱਕ ਥਾਂ ਇਕੱਠੀਆਂ ਕਰਕੇ ਆ ਜਿਹੜੇ ਕੋਈ ਮਸੰਦ ਸੰਗਤਾਂ ਲੈ ਕੇ ਆਏ ਸੀ, ਜਿਹੜੇ ਮੁਖੀ ਸਿੱਖ ਆਏ ਸੀ ਗੁਰਪੁਰਬ ਦੇ ਉੱਪਰ ਮਹਾਰਾਜ ਦੇ ਪਾਸ, ਸਾਰਿਆਂ ਦੇ ਸਿਰਾਂ ਦੇ ਮਹਾਰਾਜ ਨੇ ਪੱਗਾਂ ਬੰਧਾ ਕੇ ਸਰਪਾਓ ਦਿੱਤਾ ਹੈ। ਇਸ ਤਰ੍ਹਾਂ ਸਰਪਾਓ ਦੇ ਕਰਕੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਿੰਨੀਆਂ ਵੀ ਸੰਗਤਾਂ ਬਹੁਤੇ ਜਿਹੜੇ ਮਸੰਦ ਦੂਰੋਂ ਆਏ ਸੀ ਉਹਨਾਂ ਦਾ ਸਨਮਾਨ ਕੀਤਾ। ਫਿਰ ਮਹਾਰਾਜ ਨੇ ਵਿਦਿਆ ਕੀਤਾ, ਇਹ ਵਿਦਿਆ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਤੇ ਗੁਰੂ ਕਲਗੀਧਰ ਮਹਾਰਾਜ ਨੇ ਗੁਰਪੁਰਬ ਤੋਂ ਬਾਅਦ ਵੀ ਕਈ ਦਿਨ ਉੱਥੇ ਕਪਾਲ ਮੋਚਨੀ ਆਪਣਾ ਡੇਰਾ ਰੱਖਿਆ, ਸੰਗਤਾਂ ਨੂੰ ਇਲਾਕੇ ਦੀਆਂ ਨੂੰ ਗੁਰਮਤਿ ਨਾਲ ਜੋੜਦੇ ਰਹੇ। ਕਈ ਵਾਰ ਇੱਥੋਂ ਹੀ ਸ਼ਿਕਾਰ ਖੇਡਣ ਚਲੇ ਜਾਂਦੇ ਆ, ਫਿਰ ਕਪਾਲ ਮੋਚਨੀ ਆ ਜਾਂਦੇ ਹਨ। ਅਨੇਕਾਂ ਵਿਧੀਆਂ ਦੇ ਮਹਾਰਾਜ ਨੇ ਕੌਤਕ ਕੀਤੇ ਹਨ।
ਦੋਵਾਂ ਤੀਰਥਾਂ ਦੇ ਮਹਾਰਾਜ ਨੇ ਨਿਵਾਸ ਕੀਤਾ ਹੈ। ਦੂਜਾ ਇੱਕ ਤਾਂ ਇਹ ਕਪਾਲ ਮੋਚਨ ਹੈ, ਇੱਕ ਥੋੜਾ ਹਟਵਾਂ ਰੇਣ ਮੋਚਨ ਹੈ। ਇਹ ਦੋਵਾਂ ਤੀਰਥਾਂ ਦੇ ਮਹਾਰਾਜ ਨੇ ਨਿਵਾਸ ਕੀਤਾ ਤੇ ਮਹਾਰਾਜ ਦਾ ਜਸ ਸੁਣ ਸੁਣ ਕੇ ਜਿੰਨੇ ਵੀ ਸਿੱਖ ਸੇਵਕ ਹਨ ਭਾਵਨਾ ਦੇ ਨਾਲ ਮਹਾਰਾਜ ਦੇ ਦਰਸ਼ਨ ਕਰਦੇ ਨੇ ਆ ਕੇ। ਜਿਹੋ ਜੀ ਮਹਾਰਾਜ ਸਾਹਿਬ ਜੀ ਦੇ ਅੱਗੇ ਸ਼ਕਤੀ ਹੁੰਦੀ, ਬਲ ਹੁੰਦਾ, ਉਹੋ ਜੀ ਭੇਟਾ ਰੱਖ ਦਿੰਦੇ। ਭਾਵ ਜਿੰਨਾ ਕੁ ਘਰ ਦੇ ਵਿੱਚ ਬਲ ਬਣਦਾ ਹੈ ਉਹ ਭੇਟਾ ਪ੍ਰੇਮ ਨਾਲ ਅਰਪਦੇ ਨੇ। ਹੱਥ ਜੋੜ ਕੇ ਕਮਲ ਚਰਨਾਂ ਦੇ ਮੱਥਾ ਟੇਕਦੇ ਹਨ। ਜੋ ਇੱਛਾ ਰੱਖ ਕੇ ਆਉਂਦੇ ਨੇ ਪੂਰੀ ਹੁੰਦੀ ਤੇ ਘਰਾਂ ਨੂੰ ਵਾਪਸ ਜਾਂਦੇ ਨੇ ਸਿੱਖ। ਅਨੇਕਾਂ ਤਰ੍ਹਾਂ ਦਾ ਜਸ ਮਹਾਰਾਜ ਦਾ ਜਾ ਕੇ ਫੈਲਾਉਂਦੇ ਹਨ, ਗੁਰੂ ਦੀ ਮਹਿਮਾ ਕਰਦੇ ਨੇ। ਫਿਰ ਮਹਾਰਾਜ ਵੀ ਇੱਕ ਦਿਨ ਇਸ਼ਨਾਨ ਕਰ ਤਿਆਰ ਹੋ ਕੇ ਪਾਉਂਟਾ ਸਾਹਿਬ ਨੂੰ ਹੁਣ ਵਾਪਸ ਜਾਣਾ ਚਾਹੁੰਦੇ ਹਨ। ਰਣਜੀਤ ਨਗਾਰੇ ਤੇ ਚੋਬ ਲਵਾਈ ਹੈ। ਭਾਈ ਲੱਖਾ ਸਿੰਘ ਨਗਾਰਚੀ ਨੇ ਨਗਾਰਾ ਵਜਾਇਆ ਤੇ ਇਲਾਕਾ ਗੂੰਜ ਉੱਠਿਆ। ਮਹਾਰਾਜ ਦੀ ਫੌਜ ਤਿਆਰ ਹੋ ਕੇ ਵਾਪਸ ਪਾਉਂਟਾ ਸਾਹਿਬ ਨੂੰ ਚੱਲ ਪਈ। ਪਾਉਂਟਾ ਸਾਹਿਬ ਦੇ ਰਾਹ ਨੂੰ ਕਹਿੰਦੇ ਨਗਾਰੇ ਵਜਾਉਂਦਿਆਂ ਮਹਾਰਾਜ ਜਾ ਰਹੇ ਨੇ। ਕਪਾਲ ਮੋਚਨ ਤੋਂ ਚੱਲ ਕੇ ਇੱਕ ਰਾਤ ਰਾਹ ਵਿੱਚ ਰੁਕੇ ਨੇ ਤੇ ਪਾਉਂਟਾ ਸਾਹਿਬ ਪਹੁੰਚ ਗਏ ਨੇ। ਪਹਾੜੀ ਦੇ ਇੱਕ ਪਾਸੇ ਉਹ ਪਾਉਂਟਾ ਸਾਹਿਬ ਹੈ ਤੇ ਦੂਜੇ ਪਾਸੇ ਕਪਾਲ ਮੋਚਨ ਹੈ। ਹੁਣ ਵੀ ਜਦੋਂ ਕੱਤਕ ਦੀ ਪੂਰਨਮਾਸ਼ੀ ਹੁੰਦੀ ਹੈ ਨਾ, ਲੱਖਾਂ ਸੰਗਤਾਂ ਕਪਾਲ ਮੋਚਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਲਈ ਇਕੱਠੀਆਂ ਹੁੰਦੀਆਂ ਨੇ। ਤੇ ਰੇਣ ਮੋਚਨ ਕਪਾਲ ਮੋਚਨ, ਜਿਵੇਂ ਕਈ ਪੁੱਛ ਲੈਂਦੇ ਵੀ ਇਹਦਾ ਨਾਮ ਇਹਨਾਂ ਦਾ ਐਵੇਂ ਕਿਉਂ ਹੈ। ਰੇਣ ਮੋਚਨ ਤਾਂ ਜਦੋਂ ਪਾਂਡਵਾਂ ਨੇ ਉਹ ਜੰਗ ਤੋਂ ਬਾਅਦ ਉਹ ਪਾਪਾਂ ਦਾ ਕਰਜ਼ਾ ਜਿਹਾ ਲਾਉਣ ਦੇ ਲਈ ਵੀ ਜੰਗ ਵਿੱਚ ਪਾਪ ਪੂਪ ਹੋਇਆ ਏ ਤੇ ਉੱਥੇ ਆ ਕਰਕੇ ਕਹਿੰਦੇ ਵੀ ਇਸ਼ਨਾਨ ਕੀਤਾ ਵੀ ਅਸੀਂ ਰੇਣ ਉਤਾਰਿਆ। ਜਿਹੜਾ ਕਪਾਲ ਮੋਚਨ ਹੈ ਉਹਦਾ ਇਤਿਹਾਸ ਜਿਹੜਾ ਹੈ ਅਜੀਬ ਜਿਹਾ ਹੀ ਹੈ। ਅਜੀਬ ਐਵੇਂ ਆ ਵੀ ਨਾਲੇ ਉਹਨਾਂ ਦੀ ਜਿਹੜਾ ਕੋਈ ਜੀਵਨ ਹੈ ਉਹਦਾ ਪਤਾ ਲੱਗਦਾ। ਬ੍ਰਹਮਾ ਦੇ ਬਾਰੇ ਸਾਖੀ ਉੱਥੇ ਕਹਿੰਦੇ ਨੇ ਵੀ ਇਹ ਕਥਾ ਕਰ ਰਿਹਾ ਸੀ ਤੇ 16 ਸ਼ਿੰਗਾਰਾਂ ਦੀ ਕਥਾ ਆਈ। ਕਥਾ ਕਰਦਿਆਂ ਕਹਿੰਦਾ ਵੀ ਕੋਈ ਹੈ ਇੱਥੇ ਬੀਬੀ ਬੈਠੀ ਜਿਹਨੇ 16 ਸ਼ਿੰਗਾਰ ਕੀਤੇ ਹੋਣ ਵੀ ਮੈਂ ਵਿਖਾਵਾਂ ਵੀ ਆਹ 16 ਸ਼ਿੰਗਾਰ ਹੁੰਦੇ। ਇਹ ਸਰਸਵਤੀ ਹੀ ਉੱਠੀ ਇਹਦੀ ਬੱਚੀ ਤੇ ਜਦੋਂ ਵੇਖਿਆ ਤੇ ਇਹਦੇ ਮਨ 'ਚ ਮਾੜਾ ਖਿਆਲ ਆ ਗਿਆ। ਉਹ ਪਿੱਛੇ ਜਾ ਬਹਿ ਗਈ। ਇਹਨੇ ਇੱਦਾਂ ਦੀ ਅਜੀਬ ਜੀ ਕਥਾ ਕਹਿੰਦੇ ਵੀ ਉਹਦੇ ਦੂਜਾ ਸਿਰ ਲੱਗ ਗਿਆ। ਉਹ ਖੱਬੇ ਬੈਠੀ ਹੋਰ ਲੱਗ ਗਿਆ, ਸੱਜੇ ਬੈਠੀ ਹੋਰ ਲੱਗ ਗਿਆ। ਉਹ ਆਕਾਸ਼ ਨੂੰ ਚੱਲੀ ਵੀ ਇਹਦੇ ਮਨ 'ਚ ਵਿਕਾਰ ਆ ਗਿਆ ਏ ਤੇ ਉਸ ਵੇਲੇ ਫਿਰ ਉਹ ਤਾਂ ਨੂੰ ਪੰਜਵਾਂ ਸਿਰ ਲੱਗ ਗਿਆ। ਇੰਨੇ ਨੂੰ ਕਹਿੰਦੇ ਮਹਾਦੇਵ ਆ ਗਿਆ। ਉਹਨੂੰ ਗੁੱਸਾ ਚੜਿਆ, ਉਹਨੇ ਉਹ ਪੰਜਵਾਂ ਸਿਰ ਵੱਢ ਦਿੱਤਾ ਵੀ ਦੱਸਦਾ ਤੈਨੂੰ ਵੀ ਉੱਦਾਂ ਤੂੰ ਵੱਡਾ ਕਹਿੰਦੇ ਵੀ ਵਿਦਵਾਨ ਕਹਾਉਂਦਾ ਹੈ ਤੇ ਇੱਕ ਕਰਮ ਕਿਹੋ ਜਿਹਾ ਭੈੜਾ ਕਰ ਰਿਹਾ ਹੈ। ਉਹ ਸਿਰ ਜਿਹੜਾ ਉੱਪਰਲਾ ਵੱਢ ਦਿੱਤਾ ਉਹ ਹੱਥ ਨਾਲ ਹੀ ਕਹਿੰਦੇ ਸ਼ਿਵ ਜੀ ਦੇ ਜੁੜ ਗਿਆ। ਬ੍ਰਹਮ ਹੱਤਿਆ ਨੂੰ ਪਾਪ ਲੱਗ ਗਿਆ ਕਿਉਂਕਿ ਬ੍ਰਹਮਾ ਬ੍ਰਾਹਮਣ ਸੀ। ਪਾਪ ਲਾਉਣ ਲਈ ਕਈ ਤੀਰਥਾਂ ਦੇ ਨਹਾਤਾ, ਗੱਲ ਬਣੀ ਨਾ। ਕਪਾਲ ਮੋਚਨ ਨਹਾਤਾ ਤੇ ਇਹਦੇ ਉਹ ਜਿਹੜੀ ਖੋਪੜੀ ਜੀ ਚਮੜੀ ਸੀ ਕਹਿੰਦੇ ਲੱਥ ਗਈ। ਕਪਾਲ ਨਾਮ ਹੈ ਉਹ ਖੋਪੜੀ ਦਾ, ਮੋਚਨ ਨਾਮ ਹੈ ਮੁਕਤੀ ਮਿਲਣ ਦਾ, ਲੱਥ ਜਾਣ ਦਾ। ਇਸ ਕਰਕੇ ਉਹਨੂੰ ਕਪਾਲ ਮੋਚਨ ਕਹਿੰਦੇ ਨੇ। ਇੱਥੇ ਬਹੁਤ ਹਿੰਦੂ ਤਿੰਨਾਂ ਲੋਕਾਂ ਦੇ ਪਾਪ ਮਾਫ ਕਰਾਉਣ ਦੀ ਭਾਵਨਾ ਨਾਲ ਆਉਂਦੇ ਨੇ। ਸਤਿਗੁਰਾਂ ਨੇ ਇੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਵੀ ਕਰਮ ਚੰਗੇ ਕਰੋ, ਨਾਮ ਜਪੋ, ਕਿਸੇ ਦਾ ਦਿਲ ਨਾ ਦਿਖਾਓ, ਕਲਿਆਣ ਇਹਦੇ ਵਿੱਚ ਹੀ ਹੋਵੇਗੀ। ਗੁਰੂ ਕਲਗੀਧਰ ਮਹਾਰਾਜ ਨੇ ਵੀ ਇੱਥੇ ਗੁਰਮਤ ਦ੍ਰਿੜ ਕਰਾਈ ਜਾ ਕਰਕੇ। ਸਤਿਗੁਰਾਂ ਦੀ ਯਾਦ ਵਿੱਚ ਵੀ ਅਸਥਾਨ ਹੈ, ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਵੀ ਅਸਥਾਨ ਬਣੇ ਹੋਏ ਨੇ। ਸੋ ਇਸ ਤਰ੍ਹਾਂ ਇਹਦਾ ਇਤਿਹਾਸ ਇੱਦਾਂ ਦਾ ਕਿਹਾ ਜਾਂਦਾ ਹੈ। ਕਲਗੀਧਰ ਮਹਾਰਾਜ ਨੇ ਇਹ ਅਲੌਕਿਕ ਹੀ ਕੌਤਕ ਕੀਤਾ। ਅਸਲ 'ਚ ਪੱਗਾਂ ਲਾਉਣ ਦਾ ਕਾਰਨ ਇਹੀ ਵੀ ਇਹਨਾਂ ਲੋਕਾਂ ਨੂੰ ਸਮਝ ਆਵੇ ਵੀ ਗਾਂਹ ਤੋਂ ਅਸੀਂ ਇਹ ਕੋਈ ਮਾੜਾ ਕਰਮ ਇੱਦਾਂ ਦਾ ਤੀਰਥ ਸਥਾਨ 'ਤੇ ਜਾ ਕੇ ਨਾ ਕਰੀਏ। ਤੇ ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ, ਬਖਸ਼ ਲੈਣਾ। ਇੱਕ ਨਾਲ ਹੀ ਜ਼ਰੂਰੀ ਬੇਨਤੀ ਹੈ ਵੀ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਇਹਨਾਂ ਪਾਵਨ ਸਥਾਨਾਂ ਦੇ ਵੱਡੇ ਨਵੇਂ ਲੰਗਰ ਤਿਆਰ ਹੋ ਰਹੇ ਨੇ,